ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਅੱਜ ਦੀਆਂ ਪ੍ਰਮੁੱਖ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ। ਅੱਜ ਦੇ ਉਹ ਮੁੱਦੇ ਜਿਨ੍ਹਾਂ ਦੇ ਉੱਤੇ ਕੈਨੇਡਾ ਦੀਆਂ ਅਖਬਾਰਾਂ ਨੇ ਚਰਚਾ ਕੀਤੀ ਹੈ, ਕੈਨੇਡਾ ਦੇ ਵਿੱਚ ਜਿਨ੍ਹਾਂ ਗੱਲਾਂ ਬਾਤਾਂ ਬਾਰੇ ਅੱਜ ਪੂਰਾ ਦਿਨ ਚਰਚਾ ਹੁੰਦੀ ਰਹੀ ਹੈ, ਉਹ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਰਹੀ। ਪ੍ਰਮੁੱਖ ਰੂਪ ਦੇ ਵਿੱਚ ਅੱਜ ਜਿਹੜੀ ਗੱਲ ਦੇ ਉੱਤੇ ਚਰਚਾ ਚੱਲਦੀ ਰਹੀ ਉਹ ਕੋਵਿਡ-19 ਦਾ ਅਗਲਾ ਵੇਰੀਐਂਟ। ਪਿਛਲੇ ਕਾਫੀ ਦਿਨਾਂ ਤੋਂ ਜਦੋਂ ਤੋਂ ਇਹਦੀ ਗੱਲਬਾਤ ਸਾਹਮਣੇ ਆਈ ਹੈ, ਅਸੀਂ ਗੱਲਾਂ ਬਾਤਾਂ ਕਰਦੇ ਆਏ ਹਾਂ। ਨਵੀਆਂ ਇਹਦੀਆਂ ਕੁਝ ਖੋਜਾਂ, ਕੁਝ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ। ਇਹ ਪੈਂਡੈਮਿਕ ਕੋਵਿਡ-19 ਕਰਕੇ ਹੋਈ ਆ। ਹੁਣ ਵਿਗਿਆਨੀ ਇਹ ਕਹਿ ਰਹੇ ਆ ਕਿ ਇੱਦਾਂ ਦੀਆਂ ਪੈਂਡੈਮਿਕਸ ਹੋਰ ਆ ਸਕਦੀਆਂ, ਇੱਦਾਂ ਦੀਆਂ ਮਹਾਮਾਰੀਆਂ ਹੋਰ ਆ ਸਕਦੀਆਂ। ਇਹ ਪਹਿਲਾ ਵਾਇਰਸ ਨਹੀਂ ਆ ਤੇ ਨਾ ਹੀ ਇਹ ਆਖਰੀ ਵਾਇਰਸ ਆ ਜਿਹਨੇ ਦੁਨੀਆ ਦੇ ਵਿੱਚ ਏਡਾ ਵੱਡਾ ਸੰਕਟ ਪੈਦਾ ਕੀਤਾ। ਵਿਗਿਆਨੀ ਜਿੱਥੇ ਕੋਵਿਡ-19 ਬਾਰੇ ਖੋਜ ਕਰ ਰਹੇ ਆ, ਇਹਦੀ ਵੈਕਸੀਨ ਬਾਰੇ ਖੋਜ ਕਰ ਰਹੇ ਆ, ਜੇ ਕਿਸੇ ਨੂੰ ਕੋਵਿਡ-19 ਹੋ ਜਾਵੇ ਉਹਦੇ ਤੋਂ ਬਚਾਅ ਬਾਰੇ ਖੋਜ ਕਰ ਰਹੇ ਆ, ਉੱਥੇ ਵਿਗਿਆਨੀ ਆਉਣ ਵਾਲੇ ਸਮੇਂ ਵਿੱਚ ਕਿਸ ਕਿਸਮ ਦੀਆਂ ਮਹਾਮਾਰੀਆਂ ਫੈਲ ਸਕਦੀਆਂ ਇਹਦੇ ਬਾਰੇ ਵੀ ਚਰਚਾ ਕਰ ਰਹੇ ਆ। ਅੱਜ ਇੱਕ ਸਾਇੰਟਿਸਟ ਜਿਹੜੀ ਕਿ ਆਕਸਫੋਰਡ ਐਸਟਰਾਜ਼ੈਨੇਕਾ ਕੋਵਿਡ-19 ਵੈਕਸੀਨ ਬਣਾਉਣ ਵਾਲਿਆਂ ਦੇ ਵਿੱਚੋਂ ਇੱਕ ਮਸ਼ਹੂਰ ਵਿਗਿਆਨੀ ਆ, ਉਹਨੇ ਗੱਲਬਾਤ ਸਾਹਮਣੇ ਕੀਤੀ ਆ ਕਿ ਆਉਣ ਵਾਲੀ ਮਹਾਮਾਰੀ ਬਹੁਤ ਖਤਰਨਾਕ ਹੋਊਗੀ, ਬਹੁਤ ਮਾਰੂ ਹੋਊਗੀ। ਉਹਨੇ ਇਹ ਨਹੀਂ ਕਿਹਾ ਕਿ ਅਗਲੀ ਮਹਾਮਾਰੀ ਕਦੋਂ ਆਉਣੀ ਆ, ਉਹਨੇ ਇਹ ਦੱਸਿਆ ਕਿ ਮਹਾਮਾਰੀ ਤੋਂ ਬਿਨਾਂ ਦੁਨੀਆ ਨਹੀਂ ਹੋ ਸਕਦੀ, ਪੈਂਡੈਮਿਕ ਤੋਂ ਬਿਨਾਂ ਦੁਨੀਆ ਹੋ ਨਹੀਂ ਸਕਦੀ। ਪਿਛਲੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਆਇਆ ਤੇ ਹੁਣ ਜਿਹੜੀ ਮਹਾਮਾਰੀ ਅਗਲੀ ਆਉਣੀ ਆ ਉਹ ਇਹਦੇ ਤੋਂ ਜ਼ਿਆਦਾ ਘਾਤਕ ਹੋਣੀ ਆ, ਜ਼ਿਆਦਾ ਮਾਰੂ ਹੋਣੀ ਆ ਤੇ ਜ਼ਿਆਦਾ ਭਿਆਨਕ ਹੋਣੀ ਆ ਤੇ ਬਹੁਤ ਜ਼ਿਆਦਾ ਕੰਟੇਜੀਅਸ ਹੋਣੀ ਆ। ਭਾਵ ਇਹ ਬਿਮਾਰੀ ਇੱਕ ਤੋਂ ਦੂਜੇ ਵਿਅਕਤੀ ਨੂੰ ਜ਼ਿਆਦਾ ਤੇਜ਼ੀ ਨਾਲ ਫੈਲਣੀ ਆ। ਜੇ ਇੱਥੇ ਉਹਨੇ ਇਹਦੇ ਨਾਲ ਇੱਕ ਗੱਲ ਦੱਸੀ ਹੈ ਕਿ ਇਹ ਸਾਰਾ ਕੁਝ ਮੇਰੀ ਗੱਲ ਤਾਂ ਸੱਚੀ ਹੋਣੀ ਆ ਜੇ ਤੁਸੀਂ ਉਹਦੇ ਨਾਲ ਜਿਹੜਾ ਖਤਰਾ ਸਾਡੇ ਸਾਹਮਣੇ ਆ ਰਿਹਾ ਉਹਦੇ ਨਾਲ ਲੜਨ ਦੇ ਲਈ ਤਿਆਰੀ ਨਾ ਕੀਤੇ। ਯੂਕੇ ਦੀ ਇਹ ਸਾਇੰਟਿਸਟ ਨੇ ਸੋਮਵਾਰ ਨੂੰ ਆਪਣੀ ਇੱਕ ਸਪੀਚ ਦਿੱਤੀ ਹੈ, ਪ੍ਰੋਫੈਸਰ ਸਾਰਾ ਗਿਲਬਰਟ। ਉਹਨੇ ਕਿਹਾ ਕਿ ਜੇ ਸਾਨੂੰ ਟੈਕਨੋਲੋਜੀ ਐਡਵਾਂਸ ਨਾ ਕੀਤੀ ਅਸੀਂ ਤੇ ਇਹ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਇਸ ਵੇਲੇ ਪੈਂਡੈਮਿਕ ਦੇ ਨਾਲ, ਇਹ ਅਸੀਂ ਨਾ ਹਾਰੀ। ਭਾਵ ਸਾਨੂੰ ਪੂਰਾ ਸਮਾਨ ਮਿਲਦਾ ਰਿਹਾ, ਇਹ ਲੜਾਈ ਲੜਨ ਦੇ ਲਈ ਸਾਨੂੰ ਪੂਰੇ ਹਥਿਆਰ ਮਿਲਦੇ ਰਹੇ। ਹਥਿਆਰਾਂ ਤੋਂ ਉਹਦਾ ਭਾਵ ਆ ਕਿ ਸਾਨੂੰ ਫੰਡ ਮਿਲਦਾ ਰਿਹਾ, ਸਾਨੂੰ ਵਿਗਿਆਨੀਆਂ ਨੂੰ ਸਹਾਇਤਾ ਮਿਲਦੀ ਰਹੀ ਤਾਂ ਅਸੀਂ ਲੜ ਸਕਦੇ ਹਾਂ। ਜੇ ਇਹ ਸਹਾਇਤਾ ਨਾ ਮਿਲੀ, ਸਰਕਾਰਾਂ ਨੇ ਇਸ ਪਾਸੇ ਧਿਆਨ ਨਾ ਦਿੱਤਾ ਕਿ ਇਸ ਪਾਸੇ ਖੋਜਬੀਨ ਦੇ ਵਿੱਚ ਕਿੰਨਾ ਕੁ ਪੈਸਾ ਲਾਉਣਾ, ਫਿਰ ਅਗਲੀ ਜੰਗ ਨਹੀਂ ਜਿੱਤੀ ਜਾਣੀ। ਹੁਣ ਇਹ ਗੱਲ ਕਹੀ ਆ ਕਿ ਇਹ ਜਿਹੜਾ ਲਾਸਟ ਟਾਈਮ ਨਹੀਂ ਹੈ ਕਿ ਵਾਇਰਸ ਨੇ ਸਾਡੇ ਜੀਵਨ ਨੂੰ ਖਤਰੇ ਦੇ ਵਿੱਚ ਪਾਇਆ, ਸਾਡਾ ਸਾਰਾ ਕੁਝ ਹਿਲਾ ਕੇ ਰੱਖ ਦਿੱਤਾ। ਕਦੀ ਇਹ ਸੱਚ ਆ ਕਿ ਆਉਣ ਵਾਲੀ ਇਹਦੇ ਤੋਂ ਭਿਆਨਕ ਹੋ ਸਕਦੀ ਆ, ਜੇ ਜ਼ਿਆਦਾ ਕੰਟੇਜੀਅਸ ਹੋ ਸਕਦੀ ਆ, ਜ਼ਿਆਦਾ ਮਾਰੂ ਹੋ ਸਕਦੀ ਆ। ਦੋਵੇਂ ਚੀਜ਼ਾਂ ਵੀ ਹੋ ਸਕਦੀਆਂ, ਮਾਰੂ ਵੀ ਜ਼ਿਆਦਾ ਹੋ ਸਕਦੀ ਆ, ਫੈਲ ਵੀ ਜ਼ਿਆਦਾ ਸਕਦੀ ਆ, ਪਰ ਜੇ ਇਸ ਪਾਸੇ ਧਿਆਨ ਨਾ ਦਿੱਤਾ ਗਿਆ। ਗੱਲਬਾਤ ਉਹਨੇ ਕੀ ਕਿਹਾ, ਕਦੇ ਇੱਕ ਅਸਲ ਦੇ ਵਿੱਚ ਇੱਕ ਲੈਕਚਰ ਦੇ ਰਹੀ ਸੀ BBC ਦੇ ਇੱਕ ਬਹੁਤ ਵੱਡਾ ਬ੍ਰੌਡਕਾਸਟਰ ਰਿਚਰਡ ਡਿੰਬਲੇ, ਉਹਦੀ ਯਾਦ ਦੇ ਵਿੱਚ ਇੱਕ ਲੈਕਚਰ ਰੱਖਿਆ ਗਿਆ ਜਿਹਨੇ ਫਸਟ ਵਰਲਡ ਵਾਰ ਦੇ ਵਿੱਚ ਜਿਹੜੀ ਕੋਰਸਪੋਂਡੈਂਟ ਸੀਗਾ ਟੈਲੀਵਿਜ਼ਨ ਬ੍ਰਿਟਨ ਦੇ ਵਿੱਚ, TV ਦੇ ਵਿੱਚ ਬਹੁਤ ਵੱਡਾ ਨਾਂ ਸੀ, ਉਹਦਾ ਯਾਦਗਾਰੀ ਇੱਕ ਭਾਸ਼ਣ ਸੀ ਜਿਹੜਾ ਇਸ ਵਿਗਿਆਨੀ ਨੇ ਦਿੱਤਾ। ਉਸ ਭਾਸ਼ਣ ਦੇ ਵਿੱਚ ਉਹਨੇ ਇਹ ਸਾਰਾ ਕੁਝ ਲੋਕਾਂ ਦੇ ਨਾਲ ਸਾਂਝਾ ਕੀਤਾ। ਉਹਨੇ ਅਸਲ ਦੇ ਵਿੱਚ ਸਰਕਾਰਾਂ ਨੂੰ ਅਪੀਲ ਕੀਤੀ ਆ ਕਿ ਉਹ ਸਾਇੰਟੀਫਿਕ ਰਿਸਰਚ ਦੇ ਉੱਤੇ ਆਪਣਾ ਧਿਆਨ ਦੇਣ, ਇੱਧਰ ਪੈਸਾ ਕਰਨ, ਇੱਧਰਲੇ ਪਾਸੇ ਪੈਸਾ ਬਜਟ ਜ਼ਿਆਦਾ ਲਾਇਆ ਜਾਵੇ, ਵਿਗਿਆਨੀਆਂ ਨੂੰ ਜ਼ਿਆਦਾ ਮਦਦ ਦਿੱਤੀ ਜਾਵੇ। ਉਹ ਕਹਿੰਦੇ ਅਸੀਂ ਇਸ ਸਿਚੁਏਸ਼ਨ ਨੂੰ ਅਲਾਉ ਨਹੀਂ ਕਰ ਸਕਦੇ ਕਿ ਇਹ ਸਾਡੇ ਲਈ ਐਸੀ ਤਰ੍ਹਾਂ ਚਲੇ ਜਾਵੇ ਤੇ ਅਸੀਂ ਇਹਦੇ ਤੋਂ ਹਾਰ ਜਾਈਏ। ਉਹ ਕਹਿੰਦੇ ਸਾਡੇ ਕੋਲ ਜੇ ਫੰਡਿੰਗ ਨਹੀਂ ਆ ਪੈਂਡੈਮਿਕ ਪ੍ਰੀਪੇਅਰਡਨੈਸ ਦੇ ਲਈ, ਅਗਲੀ ਮਹਾਮਾਰੀ ਆਉਣ ਤੋਂ ਪਹਿਲਾਂ ਉਹਦੇ ਨਾਲ ਲੜਨ ਦੇ ਲਈ ਫੰਡ ਬਹੁਤ ਜ਼ਰੂਰੀ ਆ। ਜੇ ਉਸ ਪਾਸੇ ਫੰਡ ਨਾ ਦਿੱਤੇ ਗਏ ਤਾਂ ਸਾਡੇ ਲਈ ਬਹੁਤ ਨੁਕਸਾਨ ਹੋ ਸਕਦਾ। ਫੰਡ ਦੇ ਨਾਲ ਕਰਨਾ ਕੀ ਆ, ਇਸ ਵਾਇਰਸ ਬਾਰੇ, ਵੱਖ-ਵੱਖ ਕਿਸਮ ਦੇ ਵਾਇਰਸਿਸ ਬਾਰੇ ਖੋਜਾਂ ਹੋਣਗੀਆਂ। ਜਿਹੜੀ ਟੈਕਨੋਲੋਜੀ ਐਡਵਾਂਸ ਹੋਊਗੀ ਉਹਦੇ ਵਿੱਚ ਜਿਹੜਾ ਇਹਨਾਂ ਨੂੰ ਗਿਆਨ ਦੇ ਵਿੱਚ ਵਾਧਾ ਹੋਊਗਾ ਇਹ ਸਾਰੇ ਕੁਝ ਦੇ ਨਾਲ, ਉਹਦੇ ਨਾਲ ਇਹ ਆਉਣ ਵਾਲੇ ਸਮੇਂ ਵਿੱਚ ਇਹਨਾਂ ਚੀਜ਼ਾਂ ਦੇ ਨਾਲ ਲੜਨ ਦੇ ਲਈ ਜ਼ਿਆਦਾ ਸਮਰੱਥ ਹੋਣਗੇ।
ਜਿਹੜੀ ਵੈਕਸੀਨ ਬਣਾਉਣ ਨੂੰ ਪਿਛਲੇ ਸਮੇਂ ਦੇ ਵਿੱਚ 10 ਸਾਲ ਲੱਗਦੇ ਸੀ, ਉਹ ਨਵੀਂ ਟੈਕਨੋਲੋਜੀ ਜਿਹੜੀ ਪਿਛਲੇ ਸਮੇਂ ਦੇ ਵਿੱਚ ਆਈ ਹੈ mRNA ਟੈਕਨੀਕ, ਉਹਦੇ ਨਾਲ ਕੁਝ ਮਹੀਨਿਆਂ ਦੇ ਵਿੱਚ ਹੀ ਬਣ ਕੇ ਸਾਹਮਣੇ ਆ ਗਈ। ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੇ ਤਰੀਕੇ, ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹਦੇ ਪਾਸੇ ਸਰਕਾਰਾਂ ਨੂੰ ਫੰਡਿੰਗ ਦੇਣੀ ਪਊਗੀ, ਵਿਗਿਆਨੀਆਂ ਨੂੰ, ਵਿਗਿਆਨੀ ਇਹਦੇ ਉੱਤੇ ਖੋਜ ਕਰਨਗੇ ਤਾਂ ਕਿ ਕੋਈ ਵੀ ਜਿਹੜੀ ਮਹਾਮਾਰੀ ਸਾਡੇ ਸਾਹਮਣੇ ਆਉਂਦੀ ਹੈ, ਵਿਗਿਆਨੀ ਉਹਦੇ ਨਾਲ ਲੜਨ ਦੇ ਲਈ ਤਿਆਰ ਰਹਿਣ ਤੇ ਉਹਨੂੰ ਜ਼ਿਆਦਾ ਚੰਗੀ ਤਰ੍ਹਾਂ ਹੈਂਡਲ ਕੀਤਾ ਜਾ ਸਕੇ। ਇਹ ਮਹਾਮਾਰੀ ਕੋ ਪਹਿਲੀ ਤੇ ਆਖਰੀ ਮਹਾਮਾਰੀ ਨਹੀਂ ਹੈ। ਦੁਨੀਆ ਦੇ ਇਤਿਹਾਸ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਪੈਂਡੈਮਿਕਸ ਆਉਂਦੀਆਂ ਰਹੀਆਂ, ਆਉਣ ਵਾਲੇ ਸਮੇਂ ਦੇ ਵਿੱਚ ਵੀ ਆਉਣੀਆਂ। ਇਹ ਵਿਗਿਆਨੀ ਕੀ ਕਹਿ ਰਹੀ ਆ, ਵੱਡਾ ਇਹਦਾ ਨਾਂ ਆ ਕਿਉਂਕਿ ਵੈਕਸੀਨ ਬਣਾਉਣ ਦੇ ਵਿੱਚ ਇਹਦਾ ਬਹੁਤ ਵੱਡਾ ਹੱਥ ਸੀ। ਇਹੀ ਕਹਿ ਰਹੀ ਹੈ ਕਿ ਇਸ ਪਾਸੇ ਸਾਨੂੰ ਹੁਣ ਹੋਰ ਜ਼ਿਆਦਾ ਤਿਆਰੀ ਕਰਨੀ ਪੈਣੀ ਹੈ ਤੇ ਤਿਆਰੀ ਦੇ ਲਈ ਸਰਕਾਰਾਂ ਸਾਨੂੰ ਹੋਰ ਜ਼ਿਆਦਾ ਫੰਡਿੰਗ ਦੇਣ, ਮਦਦ ਦੇਣ ਤਾਂ ਕਿ ਇਸ ਪਾਸੇ ਵੱਡੀਆਂ ਖੋਜਾਂ ਕੀਤੀਆਂ ਜਾ ਸਕਣ। ਪਿਛਲੇ ਦਿਨੀ ਕੈਨੇਡਾ ਦੇ ਵਿੱਚ ਇੱਕ ਐਨਾਲਿਸਿਸ ਸਾਹਮਣੇ ਆਇਆ ਕਿ ਜਿਹੜੇ ਵਿਆਹੇ ਜੋੜੇ ਨੇ ਉਹਨਾਂ ਦੇ ਵਿੱਚ ਜਿਸ ਕਿਸਮ ਦੀ ਵਾਇਲੈਂਸ ਹੁੰਦੀ ਹੈ, ਉਹਨਾਂ ਦੇ ਵਿੱਚ ਲੜਾਈ ਹੁੰਦੀ ਹੈ, ਲੜਾਈ ਦੇ ਵਿੱਚ ਇੱਕ ਜਣੇ ਦੀ ਦੋਵਾਂ ਦੇ ਵਿੱਚੋਂ ਮੌਤ ਹੋ ਜਾਂਦੀ ਹੈ, ਜਿਹੜੀ ਕਿ ਬਹੁਤ ਵਾਰੀ ਔਰਤ ਹੁੰਦੀ ਹੈ। ਇੱਕ ਨਿਊਜ਼ ਗਰੁੱਪ ਨੇ 400 ਇਸ ਤਰ੍ਹਾਂ ਦੇ ਕੇਸ ਸਟੱਡੀ ਕੀਤੇ ਆ ਤੇ ਉਹਨਾਂ ਤੋਂ ਬਾਅਦ ਉਹ 400 ਕੇਸ ਜਿਨ੍ਹਾਂ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਭਾਵ ਕਿਹਾ ਸੁਣੀ ਤੋਂ ਬਾਅਦ ਉਹਨੇ ਦੂਜੇ ਜਣੇ ਨੂੰ, ਆਪਣੇ ਪਾਰਟਨਰ ਨੂੰ ਮਾਰ ਦਿੱਤਾ। ਇਹਦੇ ਤੋਂ ਬਾਅਦ ਕੁਝ ਐਨਾਲਿਸਿਸ ਸਾਹਮਣੇ ਆਇਆ, ਕੁਝ ਗੱਲਾਂ ਬਾਤਾਂ ਸਾਹਮਣੇ ਆਈਆਂ ਜਿਹੜੀਆਂ ਬੜੀਆਂ ਧਿਆਨ ਦੇਣ ਵਾਲੀਆਂ, ਜਿਹੜੀਆਂ ਦੱਸਦੀਆਂ ਆ ਕਿ ਇਹਦੇ ਵਿੱਚ ਕਿਹੜੀਆਂ ਖਾਸ ਗੱਲਾਂ ਸੀ। ਜਦੋਂ ਹਸਬੈਂਡ ਵਾਈਫ ਜਾਂ ਦੋ ਜਣਿਆਂ ਦੇ ਵਿੱਚ, ਪਾਰਟਨਰ ਦੇ ਵਿੱਚ ਲੜਾਈ ਹੁੰਦੀ ਹੈ ਤਾਂ ਉਹਨਾਂ ਦੇ ਵਿੱਚ ਕੁਝ ਦੱਸਿਆ ਜਾਂਦਾ ਕਿ ਮੌਤ ਤੋਂ ਪਹਿਲਾਂ, ਕਿਸੇ ਦੇ ਕਤਲ ਤੋਂ ਪਹਿਲਾਂ ਬਹੁਤ ਸਾਰੀਆਂ ਵਾਰਨਿੰਗਸ, ਬਹੁਤ ਸਾਰੇ ਸਾਈਨ ਹੁੰਦੇ ਆ ਜਿਹਨੂੰ ਇਸ ਘਰੇਲੂ ਹਿੰਸਾ ਦੇ ਮਾਹਰ ਦੱਸਦੇ ਆ ਕਿ ਇਹ ਸਾਈਨ ਦੱਸਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਇੱਕ ਦਾ ਕਤਲ ਹੋ ਸਕਦਾ। ਹੁਣ ਇਹ ਮਾਮਲੇ ਜਦੋਂ ਸਾਹਮਣੇ ਆਏ ਆ ਕਿ ਕਿਹਾ ਗਿਆ ਤਿੰਨਾਂ ਦੇ ਵਿੱਚੋਂ ਇੱਕ ਕੇਸ ਦੇ ਵਿੱਚ ਜਿਹੜਾ ਇੰਟੀਮੇਟ ਪਾਰਟਨਰ ਸੀ ਇਸ ਥਾਂ ਦੇ ਉੱਤੇ, ਉਹਦੇ ਕੋਲ ਘੱਟੋ ਘੱਟ ਇੱਕ ਵਾਰਨਿੰਗ ਸਾਈਨ ਸੀਗਾ ਜਿਹਦੇ ਤੋਂ ਪਤਾ ਲੱਗਦਾ ਸੀ ਕਿ ਇੱਥੇ ਕਤਲ ਹੋ ਜਾਣਾ। ਫਾਈਂਡਿੰਗ ਨੇ ਕਈ ਦਰਜਨਾਂ ਜਿਹੜੇ ਇਸ ਕਿਸਮ ਦੇ ਰਿਲੇਸ਼ਨਸ਼ਿਪ ਸੀਗੇ, 16 ਮਹੀਨੇ ਦੀ ਇਹ ਗੱਲਬਾਤ ਤੋਂ ਬਾਅਦ ਉਹਨਾਂ ਨੇ ਕੱਢਿਆ। ਇੱਕ ਉਹਨਾਂ ਨੇ ਟਾਈਮ ਫਰੇਮ ਲਿਆ, ਇੱਕ ਸਮਾਂ ਲਿਆ, ਜਨਵਰੀ 2015 ਤੋਂ ਲੈ ਕੇ ਜੂਨ 2020 ਤੱਕ 400 ਕਤਲਾਂ ਨੂੰ ਸਟੱਡੀ ਕੀਤਾ ਜਿਹੜੇ ਪਾਰਟਨਰ ਦੇ, ਜਿਹੜਾ ਇਮੀਡੀਏਟ ਪਾਰਟਨਰ ਆ ਉਹਦੇ ਦੁਆਰਾ ਕੀਤੇ ਗਏ ਆ। ਇਸ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ 50 ਡਾਟਾ ਪੁਆਇੰਟ ਸੀਗੇ, 400 ਕੇਸਿਸ ਸੀਗੇ ਇਸ ਟਾਈਮ ਫਰੇਮ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜੈਂਡਰ ਦਾ ਕੀ ਰੋਲ ਆ, ਐਥਨੀਸਿਟੀ ਦਾ ਕੀ ਰੋਲ ਆ। ਇਹ ਸਾਰੇ ਕੁਝ ਨੂੰ ਉਹਨਾਂ ਨੇ ਐਨਾਲਿਸਿਸ ਕਰਕੇ ਇੱਕ ਦੂਜੇ ਦੇ ਸਾਹਮਣੇ ਰੱਖ ਦਿੱਤਾ ਕਿ ਅਸਲ ਦੇ ਵਿੱਚ ਆਹ ਕੁਝ ਵਾਪਰ ਰਿਹਾ ਆ। ਸੋ 3/4 ਵਿਕਟਮ ਇਹਦੇ ਵਿੱਚ ਔਰਤਾਂ ਆ ਤੇ ਬਹੁਤੀਆਂ ਜਿਹੜੀਆਂ ਉਹ 78% ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਉਹ ਆਦਮੀ ਆ। ਇੰਟੀਮੇਟ ਪਾਰਟਨਰ ਹੋਮਿਸਾਈਡ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਹੱਦ ਤੱਕ ਪਹੁੰਚ ਚੁੱਕਿਆ। ਇੰਨੀਆਂ ਜ਼ਿਆਦਾ ਮੌਤਾਂ ਹੋ ਰਹੀਆਂ ਕਿ ਜਿਹਦੇ ਬਾਰੇ ਹੁਣ ਇਸ ਤਰ੍ਹਾਂ ਦੇ ਐਨਾਲਿਸਿਸ ਹੋ ਰਹੇ ਆ। ਇਨਵੈਸਟੀਗੇਸ਼ਨ ਇਹ ਦੱਸਦੀ ਆ ਕਿ 400 ਲੋਕ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਬੱਚੇ ਸੀਗੇ, ਉਹਨਾਂ ਨੇ ਆਪਣੇ ਮਾਪੇ ਗਵਾ ਲਏ ਡੋਮੈਸਟਿਕ ਵਾਇਲੈਂਸ ਦੇ ਦੌਰਾਨ, ਘਰੇਲੂ ਹਿੰਸਾ ਦੇ ਨਾਲ 5 ਤੇ ਜਿਹੜਾ 6 ਮਹੀਨੇ, 5.5 ਸਾਲਾਂ ਦੇ ਸਮੇਂ ਦੇ ਵਿੱਚ ਜਿਹਨੂੰ ਇਹਨਾਂ ਨੇ ਸਟੱਡੀ ਕੀਤਾ ਆ। ਕਿਹਾ ਇਹ ਜਾ ਰਿਹਾ, ਇਹ ਖੋਜ ਕਿਉਂ ਕੀਤੀ ਜਾ ਰਹੀ ਆ, ਇਹ ਕ੍ਰਾਈਮ ਪ੍ਰੀਵੈਂਟੇਬਲ ਸੀ, ਇਹਨਾਂ ਤੋਂ ਬਚਿਆ ਜਾ ਸਕਦਾ ਸੀ। ਇਹਨਾਂ ਤੋਂ ਪਹਿਲਾਂ ਵਾਰਨਿੰਗ ਸਾਈਨ ਸੀਗੇ ਰਿਲੇਸ਼ਨਸ਼ਿਪ ਦੇ ਵਿੱਚ, ਉਹਨਾਂ ਨੂੰ ਜੇਕਰ ਦੇਖਿਆ ਜਾਂਦਾ, ਉਹਦੇ ਤੇ ਧਿਆਨ ਦਿੱਤਾ ਜਾਂਦਾ ਤਾਂ ਇਹਦੇ ਤੋਂ ਬਚਿਆ ਜਾ ਸਕਦਾ ਸੀ। ਇਸ ਇਨਵੈਸਟੀਗੇਸ਼ਨ ਤੋਂ ਬਾਅਦ ਉਹਨਾਂ ਨੇ ਕੁਝ ਚੀਜ਼ਾਂ ਦੱਸੀਆਂ। ਇੱਕ ਤਾਂ ਇਹ ਦੱਸਿਆ ਗਿਆ ਕਿ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਜਿੱਥੇ ਕਤਲ ਹੋਏ ਆ, ਮਤਲਬ ਹਸਬੈਂਡ ਨੇ ਆਪਣੀ ਵਾਈਫ ਨੂੰ ਮਾਰ ਦਿੱਤਾ, ਇਸ ਤਰ੍ਹਾਂ ਦੇ ਕੇਸਿਸ ਦੇ ਵਿੱਚ ਪਹਿਲਾਂ ਰਿਪੋਰਟ ਕੀਤੀ ਗਈ ਸੀ ਵਾਇਲੈਂਸ ਦੀ। ਸਿੱਧਾ ਨਹੀਂ ਹੋਇਆ ਕਿ ਸਿੱਧਾ ਹੀ ਉਹਨੇ ਕਤਲ ਕਰ ਦਿੱਤਾ। ਇਹਦੀ ਪਹਿਲਾਂ ਰਿਪੋਰਟ ਸੀਗੀ ਪੁਲਿਸ ਦੇ ਕੋਲ ਕਿ ਇਹ ਇੱਕ ਵਿਅਕਤੀ ਜਿਹੜਾ ਆ ਜ਼ੁਲਮ ਕਰ ਰਿਹਾ, ਮਾਰ ਰਿਹਾ ਆ। ਉਹਦੇ ਤੋਂ ਬਾਅਦ ਇਹ ਘਟਨਾ ਵਾਪਰੀ। ਦੂਜਾ ਇਹ ਦੱਸਦੇ ਆ ਕਿ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਮਾਰਨ ਦੇ ਯਤਨ ਕੀਤੇ ਗਏ, ਇਹ ਵੀ ਰਿਪੋਰਟ ਪੁਲਿਸ ਕੋਲ ਸੀਗੀ। ਇਹ ਵੀ ਦੱਸਿਆ ਗਿਆ ਕਿ ਜਿਹੜਾ ਕੰਟਰੋਲਿੰਗ ਬਿਹੇਵੀਅਰ ਸੀ, ਇਹ ਵੀ ਇੱਕ ਫੈਕਟਰ ਸੀਗਾ। ਤੀਜਾ ਕਹਿੰਦੇ ਇਹ ਵੀ ਸੀਗਾ ਕਿ ਮਾਰਨ ਤੋਂ ਪਹਿਲਾਂ ਮਾਰਨ ਵਾਲੇ ਨੇ ਧਮਕੀ ਦਿੱਤੀ ਹੈ ਮਾਰਨ ਦੀ ਕਿ ਮੈਂ ਤੈਨੂੰ ਮਾਰ ਦੇਣਾ। ਅਗਲਾ ਜਿਹੜਾ ਪੁਆਇੰਟ ਉਹਨਾਂ ਨੇ ਦੱਸਿਆ ਕਿ ਇਹਦੇ ਵਿੱਚ ਵੈਪਨ ਦੇ ਨਾਲ ਦੂਜੇ ਵਿਅਕਤੀ ਨੂੰ ਡਰਾਇਆ ਗਿਆ ਸੀ। ਸੋ ਜੇਕਰ ਪਤੀ ਆਪਣੀ ਪਤਨੀ ਨੂੰ ਮਾਰ ਦਿੱਤਾ ਆ ਉਹਨੇ, ਤਾਂ ਉਹਦੇ ਤੋਂ ਪਹਿਲਾਂ ਇਹਨਾਂ ਸਾਰੀਆਂ ਦੇ ਵਿੱਚੋਂ ਕੁਝ ਸਾਈਨ ਸੀਗੇ ਜਿਹੜੇ ਦੱਸਦੇ ਆ ਕਿ ਇਹਦੇ ਤੋਂ ਬਾਅਦ ਕੁਝ ਖਤਰਨਾਕ ਹੋਣ ਵਾਲਾ ਆ। ਸੋ ਇਹਨਾਂ ਸਾਈਨਸ ਨੂੰ, ਜੇ ਇਹਨਾਂ ਚੀਜ਼ਾਂ ਨੂੰ ਉਸ ਵੇਲੇ ਧਿਆਨ ਦੇ ਵਿੱਚ ਰੱਖਿਆ ਜਾਂਦਾ ਤਾਂ ਇਹ ਕਤਲ ਬਚ ਸਕਦੇ ਸੀ। ਸੋ ਐਨਾਲਿਸਿਸ ਜਿਹੜਾ ਦੱਸਦਾ ਆ
ਕਿ ਘੱਟੋ ਘੱਟ ਇੱਕ ਵਾਰਨਿੰਗ ਸਾਈਨ 36% ਕੇਸਿਸ ਦੇ ਵਿੱਚ ਸੀਗਾ, ਜਿਹੜੇ ਬਹੁਤ ਸਾਰੇ ਜਿਹੜੀ ਪੰਜਾਂ ਦੇ ਵਿੱਚੋਂ ਇੱਕ ਕੇਸ ਸੀਗਾ ਉਹ ਪੈਂਡਿੰਗ ਸੈਪਰੇਸ਼ਨ ਸੀਗੀ ਕਿ ਉਹਨਾਂ ਦੀ ਰੌਲਾ ਪੈ ਚੁੱਕਾ ਸੀ, ਉਹਨਾਂ ਨੇ ਅਲੱਗ ਹੋ ਜਾਣਾ ਸੀ, ਪਹਿਲਾਂ ਰਿਪੋਰਟਸ ਪੁਲਿਸ ਦੇ ਕੋਲ ਜਾ ਚੁੱਕੀਆਂ ਸੀਗੀਆਂ। ਇਹਨਾਂ ਵਾਰਨਿੰਗ ਸਾਈਨਸ ਦੇ ਵਿੱਚੋਂ ਕਈ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਬਹੁਤ ਸਾਰੇ ਲੋਕਾਂ ਦੇ ਵਿੱਚ ਨਜ਼ਰ ਆ ਰਹੀਆਂ ਸੀ। ਸੋ ਇਸ ਵੇਲੇ ਇੱਕ ਇਹ ਵੀ ਗੱਲ ਦੱਸੀ ਗਈ ਕਿ ਜਿਹੜੇ ਇੰਡੀਜੀਨੀਅਸ ਔਰਤਾਂ ਤੇ ਮਰਦ ਨੇ ਉਹਨਾਂ ਦੇ ਵਿੱਚ ਇਹ ਮਰਨ ਮਰਾਉਣ ਵਾਲੀ ਗੱਲਬਾਤ ਜ਼ਿਆਦਾ ਸੀ। ਜਿਹੜੇ 4 ਦੇ ਵਿੱਚੋਂ ਇੱਕ ਇੰਟੀਮੇਟ ਪਾਰਟਨਰ ਹੋਮੋਸਾਈਡ ਸੀਗਾ ਉਹ ਇੰਡੀਜੀਨੀਅਸ ਆ, ਮਤਲਬ 5 ਦੇ ਵਿੱਚੋਂ 4 ਦੇ ਵਿੱਚੋਂ ਜਿਹੜਾ ਇੱਕ ਆ ਉਹ ਇੰਡੀਜੀਨੀਅਸ ਆ। ਇਸ ਕਿਸਮ ਦੇ ਲੋਕਾਂ ਦੇ ਵਿੱਚ ਜ਼ਿਆਦਾ ਘਟਨਾਵਾਂ ਵਾਪਰ ਰਹੀਆਂ, ਜ਼ਿਆਦਾ ਇੱਕ ਦੂਜੇ ਨੂੰ ਮਾਰਨ ਦੀ ਪ੍ਰਵਿਰਤੀ ਦੇਖੀ ਗਈ ਹੈ। ਸੋ ਜਿਹੜੇ ਇਹ ਡਾਟਾ ਬਹੁਤ ਸਾਰੀਆਂ ਗੱਲਾਂ ਦੱਸਦਾ, ਜਿਹਦੇ ਤੋਂ ਸੇਧ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਇਹ ਮੌਤਾਂ ਹੋ ਰਹੀਆਂ ਬਚਾਈਆਂ ਜਾ ਸਕਦੀਆਂ। ਇੱਕ ਬੜੀ ਇੰਟਰਸਟਿੰਗ ਗੱਲ ਇਹਦੇ ਵਿੱਚੋਂ ਸਾਹਮਣੇ ਆਈ ਔਰ ਬੜੀ ਦੁਖਦਾਇਕ ਵੀ ਆ ਕਿ ਜਿਹੜੇ ਘੱਟ ਉਮਰ ਦੇ ਕੈਨੇਡੀਅਨ ਨੇ ਉਹ ਜ਼ਿਆਦਾ ਚਾਂਸਸ ਨੇ ਉਹਨਾਂ ਦੇ ਆਪਣੇ ਪਾਰਟਨਰ ਦੁਆਰਾ ਮਾਰੇ ਜਾਣ ਦੇ। 20 ਦੇ ਵਿੱਚ 30 ਦੇ ਵਿੱਚ ਜ਼ਿਆਦਾ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ। 10 ਦੇ ਵਿੱਚੋਂ 4 ਤੋਂ ਜ਼ਿਆਦਾ ਜਿਹੜੇ ਮਾਰੇ ਗਏ ਆ ਉਹਨਾਂ ਦੀ ਉਮਰ 20 ਤੋਂ 40 ਸਾਲ ਦੇ ਵਿੱਚ ਸੀਗੀ। ਭਾਵ ਵਿਆਹ ਦੇ ਪਹਿਲੇ ਜਾਂ ਇਕੱਠੇ ਰਹਿਣ ਦੇ ਪਹਿਲੇ ਪੜਾਅ ਦੇ ਵਿੱਚ ਇਹ ਘਟਨਾਵਾਂ ਜ਼ਿਆਦਾ ਵਾਪਰਦੀਆਂ, ਹੌਲੀ ਹੌਲੀ ਇਹ ਘਟਨਾਵਾਂ ਘਟ ਜਾਂਦੀਆਂ। ਇਹਨਾਂ ਗੱਲਾਂ ਬਾਤਾਂ ਨੂੰ ਜਦੋਂ ਇਸ ਵੇਲੇ ਅੰਕੜੇ ਸਾਹਮਣੇ ਆਏ ਆ ਤਾਂ ਇਹਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਆ ਜਿਨ੍ਹਾਂ ਤੋਂ ਸੇਧ ਲੈ ਕੇ ਭਵਿੱਖ ਦੇ ਵਿੱਚ ਕੈਨੇਡਾ ਦੇ ਵਿੱਚ ਵਾਪਰਨ ਵਾਲੀਆਂ ਇਹੋ ਜਿਹੀਆਂ ਘਟਨਾਵਾਂ ਨੂੰ ਬਹੁਤ ਹੱਦ ਤੱਕ ਰੋਕਿਆ ਜਾ ਸਕਦਾ। ਅੱਜ 6 ਦਸੰਬਰ ਸੋਮਵਾਰ ਨੂੰ ਜਿਹਨਾਂ ਮੁੱਦਿਆਂ ਦੇ ਉੱਤੇ ਚਰਚਾ ਹੁੰਦੀ ਰਹੀ ਉਹਨਾਂ ਦੇ ਵਿੱਚ ਜਿੱਥੇ ਪੈਂਡੈਮਿਕ ਸੀ, ਦੂਜਾ ਵੱਡਾ ਮੁੱਦਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਏ ਹੜ੍ਹ ਤੇ ਮੌਸਮ ਦੀ ਖਰਾਬੀ ਸੀ। ਜਿੱਥੇ ਅੱਜ ਪਹਿਲੀ ਬਰਫ਼ਬਾਰੀ ਇਸ ਮੌਸਮ ਦੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਈ ਆ, ਬਹੁਤ ਸਾਰੇ ਹਿੱਸਿਆਂ ਦੇ ਵਿੱਚ ਹੋਈ ਆ, ਉੱਥੇ ਕੁਝ ਗੱਲਾਂ ਬਾਤਾਂ ਹੜ੍ਹਾਂ ਨਾਲ ਹੋਏ ਮਾਰੂ ਪ੍ਰਭਾਵਾਂ ਬਾਰੇ ਵੀ ਚੱਲਦੀਆਂ ਰਹੀਆਂ। ਇੱਕ ਖਬਰ ਪਿਛਲੇ ਦਿਨਾਂ ਤੋਂ ਜਿਹੜੀ ਸਾਂਝੀ ਕੀਤੀ ਗਈ ਹੈ ਉਹਦੇ ਵਿੱਚ ਇਹ ਸੀ ਕਿ ਟਰਾਂਸ ਮਾਊਂਟੇਨ ਪਾਈਪਲਾਈਨ ਨੂੰ ਰੀਸਟੋਰ ਕਰ ਦਿੱਤਾ ਗਿਆ। ਇੱਕ ਬਹੁਤ ਚੰਗੀ ਖਬਰ ਆ। 3 ਹਫ਼ਤੇ ਦੀ ਜਿਹੜੀ ਪ੍ਰੀਕਾਸ਼ਨਰੀ ਸ਼ਟਡਾਊਨ ਕੀਤਾ ਗਿਆ ਸੀ ਕਿਉਂਕਿ ਹੜ੍ਹ ਆ ਗਏ ਸੀ, ਲੈਂਡਸਲਾਈਡ ਹੋ ਗਈ ਸੀ, ਐਟਮੋਸਫੈਰਿਕ ਰਿਵਰ ਸੀਗੇ, ਬੜਾ ਕੁਛ ਫਰੇਜ਼ਰ ਵੈਲੀ ਦੇ ਇਲਾਕੇ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਾਪਰਿਆ। ਉਹਦੇ ਤੋਂ ਬਾਅਦ ਇਸ ਪਾਈਪਲਾਈਨ ਨੂੰ ਕੋਈ ਡੈਮੇਜ ਨਹੀਂ ਹੋਇਆ, ਪਰ ਫਿਰ ਵੀ ਇਹਤਿਆਤ ਵਜੋਂ ਇਹਨੂੰ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਲਗਾਤਾਰ ਸੀਰੀਜ਼ ਆਫ ਸਟੋਰਮਸ ਜਿਹੜੇ ਇੱਥੇ ਆ ਰਹੇ ਸੀ, ਬਹੁਤ ਸਾਰੀ ਲੈਂਡਸਲਾਈਡਿੰਗ ਹੋਈ, ਫਲੱਡਿੰਗ ਹੋਈ। ਟਰਾਂਸ ਮਾਊਂਟੇਨ ਕਾਰਪੋਰੇਸ਼ਨ ਨੇ ਇਹ ਜਾਣਕਾਰੀ ਦਿੱਤੀ ਆ ਕਿ ਪਾਈਪਲਾਈਨ ਨੂੰ ਹੁਣ ਸੁਰੱਖਿਅਤ ਤਰੀਕੇ ਦੇ ਨਾਲ ਦੁਬਾਰਾ ਕੱਲ੍ਹ ਜਾਣੀ ਕਿ ਐਤਵਾਰ ਨੂੰ ਚਾਲੂ ਕਰ ਦਿੱਤਾ ਗਿਆ। ਇਹਦੀ ਅਸੈਸਮੈਂਟ ਕੀਤੀ ਗਈ, ਇਹਦੀ ਰਿਪੇਅਰ ਕੰਪਲੀਟ ਕਰ ਦਿੱਤੀ ਗਈ ਜਿੱਥੇ ਕਿਤੇ ਉਹਨਾਂ ਨੂੰ ਕੋਈ ਖਤਰੇ ਵਾਲੀ ਗੱਲ ਲੱਗਦੀ ਸੀ। ਇਹਦੇ ਵਿੱਚ ਕੰਸਟਰਕਸ਼ਨ ਜਿਹੜੀ ਪ੍ਰੋਟੈਕਟਿਵ ਅਰਥਵਰਕ ਸੀਗਾ, ਉਹਦੇ ਤੋਂ ਬਾਅਦ ਕੁਝ ਸੈਂਕਸ਼ਨ ਜਿਹੜੇ ਇਹ 1150 ਕਿਲੋਮੀਟਰ ਲੰਬੀ ਪਾਈਪਲਾਈਨ ਜਿਹੜੀ 3 ਲੱਖ ਬੈਰਲ ਇੱਕ ਦਿਨ ਦੇ ਵਿੱਚ ਪੈਟਰੋਲੀਅਮ ਪ੍ਰੋਡਕਟ ਲੈ ਕੇ ਆਉਂਦੀ ਹੈ। ਜਿੱਦਾਂ ਕਿ ਤੁਸੀਂ ਜਾਣਦੇ ਆ ਟਰਾਂਸ ਮਾਊਂਟੇਨ ਪਾਈਪਲਾਈਨ ਅਲਬਰਟਾ ਤੋਂ ਲੈ ਕੇ ਬ੍ਰਿਟਿਸ਼ ਕੋਲੰਬੀਆ ਤੱਕ ਆਉਂਦੀ ਆ ਤੇ ਬਹੁਤ ਵੱਡੀ ਇੱਕ ਸਪਲਾਈ ਚੇਨ ਇਹਦੇ ਉੱਤੇ ਡਿਪੈਂਡ ਕਰਦੀ ਆ ਕਰੂਡ ਆਇਲ ਦੀ। ਟਰਾਂਸ ਮਾਊਂਟੇਨ ਜਿਹੜੀ ਕਿ ਫੈਡਰਲ ਕਾਰਪੋਰੇਸ਼ਨ ਆ ਇਸ ਚੀਜ਼ ਨੂੰ ਪਾਈਪਲਾਈਨ ਨੂੰ ਮੋਨੀਟਰ ਕਰਦੀ ਆ ਏਅਰ ਦੇ ਥਰੂ ਵੀ ਤੇ ਕੰਟਰੋਲ ਸੈਂਟਰ ਦੇ ਥਰੂ ਵੀ ਇਹਨੂੰ ਉਹਨਾਂ ਨੇ ਮੋਨੀਟਰ ਕੀਤਾ ਆ। ਕਿਹਾ ਜਾ ਰਿਹਾ ਕਿ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਕੁਝ ਹੋਰ ਕੰਮ ਇਹਦੇ ਉੱਤੇ ਕੀਤਾ ਜਾਊਗਾ, ਪਰ ਇਸ ਵੇਲੇ ਇਹਨੂੰ ਚਾਲੂ ਕਰ ਦਿੱਤਾ ਗਿਆ। ਤੁਹਾਨੂੰ ਇਹ ਵੀ ਯਾਦ ਹੋਊਗਾ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਆਪਣੇ ਵਸਨੀਕਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਜੇਕਰ ਜ਼ਰੂਰੀ ਕੰਮ ਨਹੀਂ ਆ ਤਾਂ 30 ਲੀਟਰ ਤੋਂ ਜ਼ਿਆਦਾ ਇੱਕ ਵਿਜ਼ਿਟ ਦੇ ਉੱਤੇ ਗੈਸ ਸਟੇਸ਼ਨ ਦੇ ਉੱਤੋਂ ਗੈਸ ਨਾ ਪਾਓ। ਇਹ ਆਰਡਰ 14 ਦਸੰਬਰ ਤੱਕ ਆ। ਉਹ 14 ਦਸੰਬਰ ਤੱਕ ਹੁਣ ਜੇਕਰ ਇਹ ਪਾਈਪਲਾਈਨ ਚਾਲੂ ਕਰ ਦਿੱਤੀ ਗਈ ਆ, ਇਹਨੂੰ ਬੰਦ ਕੀਤਾ ਗਿਆ ਸੀ, ਹੋ ਸਕਦਾ ਉਹ ਆਰਡਰ ਪਹਿਲਾਂ ਚੱਕ ਲਏ ਜਾਣ। ਅਜੇ ਤੱਕ ਇਹਦੇ ਬਾਰੇ ਕੋਈ ਜਿਹੜਾ ਰੈਸ਼ਨਿੰਗ ਆਰਡਰ ਆ ਇਹ ਚੱਕੇ ਜਾਣੇ ਆ ਜਾਂ ਕਦੋਂ ਚੱਕੇ ਜਾਣੇ ਇਹਦੇ ਬਾਰੇ ਸਰਕਾਰ ਨੇ ਕੁਝ ਨਹੀਂ ਕਿਹਾ, ਪਰ ਪਾਈਪਲਾਈਨ ਦਾ ਚਾਲੂ ਹੋਣਾ ਇੱਕ ਚੰਗੀ ਗੱਲ ਆ। ਇੱਥੇ ਇਹ ਵੀ ਦੱਸਣ ਵਾਲੀ ਗੱਲ ਆ ਕਿ ਟਰਾਂਸ ਮਾਊਂਟੇਨ ਇੱਕੋ ਇੱਕ ਪਾਈਪਲਾਈਨ ਆ ਜਿਹੜੀ ਪੂਰੇ ਨਾਰਥ ਅਮਰੀਕਾ ਦੇ ਵਿੱਚ ਦੋਵੇਂ ਤਰ੍ਹਾਂ ਦਾ ਆਇਲ ਆਇਲ ਵੀ ਲੈ ਕੇ ਜਾਂਦੀ ਹੈ ਤੇ ਰਿਫਾਈਨਡ ਪ੍ਰੋਡਕਟਸ ਵੀ ਲੈ ਕੇ ਜਾਂਦੀ ਆ। ਇਹ ਇੱਕੋ ਤਰ੍ਹਾਂ ਦੀ ਇੱਕ ਪਾਈਪਲਾਈਨ ਆ। ਤੁਹਾਨੂੰ ਇਹ ਵੀ ਯਾਦ ਹੋਊਗਾ ਕਿ ਜਿਹੜੀ ਟਰਾਂਸ ਮਾਊਂਟੇਨ ਪਾਈਪਲਾਈਨ ਆ ਇਹਦੀ ਐਕਸਪੈਂਸ਼ਨ ਦੇ ਉੱਤੇ ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਦੇ ਵਿੱਚ ਬਹੁਤ ਸਮਾਂ ਲੰਬੀ ਰਾਜਨੀਤੀ ਚੱਲਦੀ ਰਹੀ ਹੈ। ਅਲਬਰਟਾ ਦੇ ਵਿੱਚ ਇਹਨੂੰ ਚਾਲੂ ਕਰਨ ਬਾਰੇ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਹਿਲਾਂ ਜਦੋਂ ਲਿਬਰਲ ਸਰਕਾਰ ਸੀ ਸੂਬੇ ਦੇ ਵਿੱਚ ਫੈਡਰਲ ਲਿਬਰਲ ਤੇ ਉਹਦੇ ਤੋਂ ਬਾਅਦ NDP ਆਉਂਦੀ ਆ। NDP ਇਹਦੀ ਐਕਸਪੈਂਸ਼ਨ ਦੇ ਉੱਤੇ ਰੋਕ ਲਾ ਦਿੰਦੀ ਆ
ਕੈਨੇਡਾ ਦੀ ਫੈਡਰਲ ਸਰਕਾਰ ਇਸ ਪਾਈਪਲਾਈਨ ਨੂੰ ਵਧਾਉਣਾ ਚਾਹੁੰਦੀ ਆ, ਪਰ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ ਗਈਆਂ। ਇੱਕ ਬਹੁਤ ਵੱਡਾ ਮੁੱਦਾ ਪਿਛਲੇ ਸਮੇਂ ਦੇ ਵਿੱਚ, ਪਿਛਲੀਆਂ ਇਲੈਕਸ਼ਨਸ ਦੇ ਵਿੱਚ ਬਣਦਾ ਰਿਹਾ। ਸੋ ਇਹ ਪਾਈਪਲਾਈਨ ਪਹਿਲੀ ਵਾਰ ਆਪਣੇ ਇਤਿਹਾਸ ਦੇ ਵਿੱਚ ਇੰਨੇ ਲੰਬੇ ਸਮੇਂ ਲਈ ਇਹਨੂੰ ਬੰਦ ਕਰਨਾ ਪਿਆ ਸੀ, 3 ਹਫ਼ਤੇ ਦੇ ਲਈ, ਤੇ ਲੋਕਾਂ ਨੂੰ ਇਹ ਕਹਿਣਾ ਪਿਆ ਸਰਕਾਰ ਨੂੰ ਕਿ ਤੁਸੀਂ ਜਿੰਨਾ ਤੇਲ ਤੁਹਾਨੂੰ ਚਾਹੀਦਾ ਉਹਨਾਂ ਨਾ ਲੈ ਕੇ ਜਾਓ। 30 ਲੀਟਰ ਦੀ ਲਿਮਟ ਉਹਨਾਂ ਨੇ ਲਾ ਦਿੱਤੀ, ਇੱਥੇ ਤੱਕ ਲੈ ਕੇ ਜਾਓ। ਜਿਹੜੀ ਇਹ ਪਾਈਪਲਾਈਨ ਦਾ ਚਾਲੂ ਹੋਣਾ ਵੀ ਇੱਕ ਬਹੁਤ ਚੰਗੀ ਗੱਲਬਾਤ ਦੱਸੀ ਜਾ ਰਹੀ ਹੈ। ਇਹਦੇ ਨਾਲ ਲੱਗਦੀ ਇੱਕ ਗੱਲ ਹੋਰ ਜਿਹੜੀ ਹੜ੍ਹਾਂ ਦੇ ਨਾਲ ਸੰਬੰਧਿਤ ਆ ਕਿ ਬਹੁਤ ਸਾਰੇ ਐਬਸਫੋਰਡ ਦੇ ਇਲਾਕੇ ਦੇ ਵਿੱਚ ਪ੍ਰਾਈਵੇਟ ਡਰਿੰਕਿੰਗ ਵਾਟਰ ਵੈਲਜ਼ ਨੇ, ਖੂਹ ਨੇ, ਜਾਂ ਉਹਨਾਂ ਨੂੰ ਜਿੱਥੇ ਸਟੋਰ ਕੀਤਾ ਜਾਂਦਾ ਪੀਣ ਵਾਲੇ ਪਾਣੀ ਨੂੰ, ਉਹਨਾਂ ਦੇ ਵਿੱਚ ਇਹ ਖਤਰਾ ਹੋ ਗਿਆ ਕਿ ਹੜ੍ਹਾਂ ਦੇ ਨਾਲ ਇਹ ਮੈਟਰੋ ਵੈਨਕੂਵਰ, ਫਰੇਜ਼ਰ ਵੈਲੀ ਰੀਜਨਲ ਡਿਸਟ੍ਰਿਕਟਸ ਦੇ ਵਿੱਚ ਵਾਰਨਿੰਗ ਦਿੱਤੀ ਗਈ ਆ ਕਿ ਇਹ ਕੰਟੈਮੀਨੇਟ ਹੋ ਸਕਦਾ, ਇਹ ਪਾਣੀ ਖਰਾਬ ਹੋ ਸਕਦਾ, ਇਹਨੂੰ ਧਿਆਨ ਦਿੱਤਾ ਜਾਵੇ। BC ਸਰਕਾਰ ਦੱਸ ਰਹੀ ਆ ਕਿ ਇਹ ਜਿੰਨਾ ਪਾਣੀ ਓਵਰਫਲੋ ਕਰਕੇ ਗਿਆ, ਕਿਉਂਕਿ ਜਿਹੜੀ ਲਿਕੁਇਡ ਮੈਨਿਓਰ ਸਟੋਰੇਜ ਸਿਸਟਮ ਆ ਉਹਦੇ ਵਿੱਚ ਕੁਛ ਨਾ ਕੁਛ ਗੜਬੜ ਹੋ ਸਕਦੀ ਆ। ਇਹ ਜਿਹੜੇ ਪ੍ਰਾਈਵੇਟ ਡਰਿੰਕਿੰਗ ਵਾਟਰ ਵੈਲਜ਼ ਨੇ, ਇਹਨਾਂ ਦਾ ਪਾਣੀ ਖਰਾਬ ਹੋ ਸਕਦਾ। ਸੋ ਇਹਨੂੰ ਧਿਆਨ ਨਾਲ ਇਹਦਾ ਖਿਆਲ ਰੱਖਿਆ ਜਾਵੇ। ਜਿਹੜੇ ਉਹ ਰੈਜ਼ੀਡੈਂਟਸ ਨੇ ਜਿਹੜੇ ਇਸ ਪ੍ਰਾਈਵੇਟ ਡਰਿੰਕਿੰਗ ਵਾਟਰ ਵੈਲਜ਼ ਦੇ ਉੱਤੇ ਡਿਪੈਂਡ ਕਰਦੇ ਨੇ ਜਾਂ ਜਿਹੜੇ ਚਲਾਉਂਦੇ ਨੇ, ਉਹਨਾਂ ਨੂੰ ਕਿਹਾ ਗਿਆ ਕਿ ਘੱਟੋ ਘੱਟ ਇਹਨੂੰ ਦੇਖਿਆ ਜਾਵੇ ਤੇ ਇਸ ਪਾਸੇ ਧਿਆਨ ਦਿੱਤਾ ਜਾਵੇ। ਚਾਂਸਸ ਨੇ ਕਿ ਇਹ ਕੰਟੈਮੀਨੇਟ ਹੋ ਗਿਆ ਹੋਵੇ। BC ਸਰਕਾਰ ਨੇ ਇਸ ਹੜ੍ਹਾਂ ਨਾਲ ਸੰਬੰਧਿਤ ਇੱਕ ਹੋਰ ਸੂਚਨਾ ਜਿਹੜੀ ਦਿੱਤੀ ਆ, ਔਰ ਉਹਦੇ ਬਾਰੇ ਵੀ ਅੱਜ ਚਰਚਾ ਚੱਲੀ ਆ ਕਿ ਉਹਨਾਂ ਨੇ ਐਮਰਜੈਂਸੀ ਫਾਈਨੈਂਸ਼ੀਅਲ ਅਸਿਸਟੈਂਟ ਉਹਨਾਂ ਲੋਕਾਂ ਨੂੰ ਜਿਹੜੇ ਇਸ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਆ, ਲੈਂਡਸਲਾਈਡ ਦੇ ਨਾਲ ਪਿਛਲੇ 3 ਹਫ਼ਤਿਆਂ ਵਿੱਚ ਪ੍ਰਭਾਵਿਤ ਹੋਏ ਆ, ਉਹ ਫਾਈਨੈਂਸ਼ੀਅਲ ਅਸਿਸਟੈਂਸ, ਉਹ ਆਰਥਿਕ ਮਦਦ ਨੂੰ ਐਕਸਪੈਂਡ ਕਰ ਦਿੱਤਾ, ਵਧਾ ਦਿੱਤਾ। ਮਿਨਿਸਟਰ ਆਫ ਪਬਲਿਕ ਸੇਫਟੀ ਉਹਨਾਂ ਨੇ ਕਿਹਾ ਕਿ ਪ੍ਰੋਵਿੰਸ ਦੇ ਵਿੱਚ ਜਿਹੜੀ ਇਹ ਮਦਦ ਦਿੱਤੀ ਜਾਂਦੀ ਆ, ਇਹ ਜਿਹੜੀ ਆਰਥਿਕ ਮਦਦ ਦਾ ਪ੍ਰੋਗਰਾਮ ਆ, ਇਹ ਲੋਕਾਂ ਦੇ ਲਈ ਐਲੀਜੀਬਲ ਜਿਹੜੇ ਵੀ ਯੋਗ ਲੋਕ ਨੇ ਉਹਨਾਂ ਦੇ ਲਈ ਉਪਲਬਧ ਆ। ਅਸੀਂ ਵਧਾ ਰਹੇ ਹਾਂ ਤੇ ਇਹਦੇ ਨਾਲ ਚਾਹੁੰਦੇ ਹਾਂ ਕਿ ਲੋਕ ਦੁਬਾਰੇ ਆਪਣੇ ਪੈਰਾਂ ਸਿਰ ਹੋ ਸਕਣ। 14 ਨਵੰਬਰ ਤੋਂ ਲੈ ਕੇ 2 ਦਸੰਬਰ ਤੱਕ ਜੋ ਕੁਛ ਇੱਥੇ ਬਰਬਾਦੀ ਹੋਈ ਹੈ ਉਹਦੇ ਸੰਬੰਧ ਦੇ ਵਿੱਚ ਜਿਹੜੇ ਲੋਕ ਯੋਗ ਨੇ ਉਹਨਾਂ ਦੀ ਯੋਗਤਾ ਸੰਬੰਧੀ ਦੱਸਿਆ ਗਿਆ ਕਿ ਉਹਨੂੰ ਵਧਾ ਦਿੱਤਾ ਗਿਆ। ਜਿਹੜੇ ਉਹਨੂੰ ਉਹ ਇਲਾਕਾ ਆ, ਰੈਜ਼ੀਡੈਂਟਸ ਹੁਣ ਜਿਹੜੇ ਨਾਰਥ ਵੈਸਟ ਦੇ ਵਿੱਚ, ਸਾਊਥ ਵੈਸਟ ਦੇ ਵਿੱਚ, ਸੈਂਟਰਲ ਤੇ ਸਾਊਥ ਈਸਟ ਰੀਜਨਸ ਦੇ ਵਿੱਚ ਤੇ ਵੈਨਕੂਵਰ ਆਈਲੈਂਡ ਦੇ ਵਿੱਚ ਰਹਿੰਦੇ ਲੋਕ ਜਿਹੜੇ ਇਹਨਾਂ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਆ, ਉਹਨਾਂ ਸਾਰਿਆਂ ਤੱਕ ਇਹ ਵਿੱਤੀ ਮਦਦ ਦਾ ਪ੍ਰੋਗਰਾਮ ਵਧਾ ਦਿੱਤਾ ਗਿਆ। ਇਹ ਜਿਹੜੇ ਚਾਹੇ ਹੋਮ ਓਨਰਸ ਨੇ, ਚਾਹੇ ਉੱਥੇ ਕਿਰਾਏਦਾਰ ਨੇ, ਚਾਹੇ ਜਿਹੜੇ ਬਿਜ਼ਨਸ ਓਨਰ ਨੇ, ਚਾਹੇ ਫਾਰਮ ਦੇ ਮਾਲਕ ਨੇ, ਚਾਹੇ ਕੋਈ ਚੈਰੀਟੇਬਲ ਆਰਗੇਨਾਈਜੇਸ਼ਨ ਆ, ਸਾਰੇ ਇਹ ਮਦਦ ਸਰਕਾਰ ਤੋਂ ਲੈ ਸਕਦੇ ਆ। ਤੇ ਇਹ ਵੱਖ-ਵੱਖ ਤਰੀਕੇ ਦਾ ਜਿਹੜਾ ਜਿੰਨੀ ਸਰਕਾਰ ਮਦਦ ਦੇ ਰਹੀ ਆ ਉਹਦੇ ਡੈਮੇਜ ਦੇ ਹਿਸਾਬ ਨਾਲ ਉਹ ਦਿੱਤੇ ਜਾ ਰਹੇ ਆ। ਔਰ ਐਮਰਜੈਂਸੀ ਮੈਨੇਜਮੈਂਟ BC ਐਪਲੀਕੇਸ਼ਨਸ 3 ਮਾਰਚ ਤੱਕ ਐਕਸੈਪਟ ਕਰ ਰਹੀ ਆ, ਇਹ ਵੀ ਸੂਚਨਾ ਦਿੱਤੀ ਗਈ ਆ। ਦੁਨੀਆ ਦੀਆਂ 2 ਵੱਡੀਆਂ ਤਾਕਤਾਂ ਨੇ, ਇੱਕ ਚੀਨ ਤੇ ਇੱਕ ਅਮਰੀਕਾ। ਦੋਵਾਂ ਦੀ ਆਪਸ ਵਿੱਚ ਲੰਬੇ ਸਮੇਂ ਤੋਂ ਬਣਦੀ ਨਹੀਂ। ਚੀਨ ਦੁਨੀਆ ਦੀ ਨੰਬਰ 1 ਤਾਕਤ ਬਣਨ ਦੀ ਕੋਸ਼ਿਸ਼ ਕਰ ਰਿਹਾ। ਅਮਰੀਕਾ ਚੀਨ ਦੇ ਉੱਤੇ ਸਿੱਧਾ ਦੋਸ਼ ਲਾ ਰਿਹਾ ਕਿ ਤੁਸੀਂ ਬਹੁਤ ਸਾਰੇ ਸਮਿਆਂ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ। ਇਸ ਮਾਮਲੇ ਦੇ ਵਿੱਚ ਜਿਹੜਾ ਇਸ ਵੇਲੇ ਲੇਟੈਸਟ ਰੀਸੈਂਟਲੀ ਜੋ ਕੁਝ ਵਾਪਰਿਆ ਆ, ਉਹਦੇ ਵਿੱਚ ਅਮਰੀਕਾ ਇਹ ਸੋਚ ਰਿਹਾ ਕਿ ਜਿਹੜੀ ਬੀਜਿੰਗ ਦੇ ਵਿੱਚ ਵਿੰਟਰ ਓਲੰਪਿਕਸ ਹੋ ਰਹੀਆਂ ਆ, ਉਹਦਾ ਬਾਈਕਾਟ ਕੀਤਾ ਜਾਵੇ। ਇਸ ਬਾਰੇ ਹਜੇ ਤੱਕ ਉਹਨਾਂ ਨੇ ਐਲਾਨ ਕੋਈ ਨਹੀਂ ਕੀਤਾ ਅਮਰੀਕਾ ਨੇ ਕਿ ਅਸੀਂ ਉਹਦਾ ਬਾਈਕਾਟ ਕਰ ਰਹੇ ਹਾਂ, ਪਰ ਇਹਦੇ ਬਾਰੇ ਚਰਚਾ ਜ਼ਰੂਰ ਚੱਲ ਰਹੀ ਆ ਕਿ ਅਮਰੀਕਾ ਇਹ ਸੋਚ ਰਿਹਾ ਕਿ ਉਹਦਾ ਬਾਈਕਾਟ ਕਰ ਦਿੱਤਾ ਜਾਵੇ। ਤੇ ਜਦੋਂ ਇਹ ਸੂਚਨਾ ਚੀਨ ਤੱਕ ਪਹੁੰਚਦੀ ਆ ਤਾਂ ਅੱਜ ਸੋਮਵਾਰ 6 ਦਸੰਬਰ ਨੂੰ ਉਹਨਾਂ ਨੇ ਉਲਟੀ ਧਮਕੀ ਅਮਰੀਕਾ ਨੂੰ ਦਿੱਤੀ ਆ ਕਿ ਜੇਕਰ ਉਹ ਇਸ ਤਰ੍ਹਾਂ ਕਰਦਾ ਆ, ਜੇਕਰ ਉਹ ਡਿਪਲੋਮੈਟਿਕ ਬਾਈਕਾਟ ਕਰਦਾ ਹੈ ਜਿਹੜੀ ਅਗਲੇ ਸਾਲ ਫਰਵਰੀ ਦੇ ਵਿੱਚ ਬੀਜਿੰਗ ਦੇ ਵਿੱਚ ਵਿੰਟਰ ਓਲੰਪਿਕ ਗੇਮਸ ਹੋਣੀਆਂ ਆ, ਤਾਂ ਇਹ ਮਾੜੀ ਗੱਲ ਹੋਊਗੀ ਤੇ ਇਹਨੂੰ ਜਿਹੜੇ ਇਹਦੇ ਕਾਊਂਟਰ ਮੈਜਰਸ ਨੇ ਉਹਦੇ ਲਈ ਤਿਆਰ ਰਹਿਣਾ ਚਾਹੀਦਾ, ਭਾਵ ਨਤੀਜਿਆਂ ਦੇ ਲਈ ਤਿਆਰ ਰਹਿਣਾ ਚਾਹੀਦਾ। ਹੁਣ ਉਹ ਨਤੀਜੇ ਕੀ ਨੇ, ਉਹ ਪ੍ਰਤੀਕਿਰਿਆ ਦੇ ਵਿੱਚ ਜੇ ਅਮਰੀਕਾ ਬਾਈਕਾਟ ਕਰ ਦਿੰਦਾ ਤਾਂ ਚੀਨ ਕੀ ਕਰੂਗਾ, ਇਹਦੇ ਬਾਰੇ ਚੀਨ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਉਹਨਾਂ ਦੀ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਨੇ ਜ਼ੋਹਾ ਲਿਜਾਨ, ਉਹਨਾਂ ਨੇ ਜਿਹੜੇ ਅਮਰੀਕਾ ਦੇ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਸਿੱਧਾ ਕਿਹਾ ਕਿ ਇਸ ਇਸ਼ੂ ਦੇ ਉੱਤੇ ਕਿ ਉਹਨਾਂ ਦੇ ਜਿਹੜੇ ਡਿਗਨਿਟਰੀਜ਼ ਨੇ
ਉਹਨਾਂ ਨੂੰ ਈਵੈਂਟਸ ਦੇ ਉੱਤੇ ਨਾ ਭੇਜਣਾ ਇੱਕ ਮਾੜੀ ਗੱਲ ਆ। ਹਾਲਾਂਕਿ ਅਮਰੀਕਾ ਇਹ ਕਹਿ ਰਿਹਾ ਕਿ ਅਸੀਂ ਆਪਣੇ ਐਥਲੀਟ ਉੱਥੇ ਜ਼ਰੂਰ ਭੇਜਾਂਗੇ, ਪਰ ਅਸੀਂ ਬੀजिंग ਦੀਆਂ ਇਹਨਾਂ ਓਲੰਪਿਕਸ ਦਾ ਬਾਈਕਾਟ ਕਰਾਂਗੇ। ਚੀਨ ਨੇ ਇਸ ਮਾਮਲੇ ਦੇ ਵਿੱਚ ਕਿਹਾ ਕਿ ਜਿਹੜੀ ਆਊਟਰਾਈਟ ਪੋਲੀਟੀਕਲ ਪ੍ਰੋਵੋਕੇਸ਼ਨ ਆ, ਇਹਦਾ ਜਿਹੜੀ ਇਹ ਇੱਕ ਇਸ ਤਰ੍ਹਾਂ ਦੀ ਗੱਲਬਾਤ ਹੋਊਗੀ, ਪਰ ਕੀ ਇਹਦਾ ਰਿਟੈਲੀਏਟ ਉਹਨੂੰ ਕਿਸ ਤਰ੍ਹਾਂ ਕਰਨਾ ਚੀਨ ਨੇ, ਇਹ ਨਹੀਂ ਉਹਨਾਂ ਨੇ ਜਾਣਕਾਰੀ ਦਿੱਤੀ। ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ, ਰਾਸ਼ਟਰਪਤੀ ਨੇ ਜੋ ਬਾਈਡਨ, ਉਹਨਾਂ ਨੇ ਕਿਹਾ ਸੀ ਕਿ ਅਸੀਂ ਕੰਸੀਡਰ ਕਰ ਰਹੇ ਹਾਂ ਇਹ ਬਾਈਕਾਟ, ਭਾਵੇਂ ਕਿ ਉੱਥੇ ਅਮਰੀਕਨ ਐਥਲੀਟ ਜਿਹੜੇ ਆ ਉਹ ਸਟਿਲ ਕੰਪੀਟ ਕਰਨਗੇ, ਪਰ ਹੋ ਸਕਦਾ ਅੱਜ ਜਾਂ ਕੱਲ੍ਹ ਦੇ ਵਿੱਚ ਇਹ ਅਮਰੀਕਾ ਅਨਾਊਂਸਮੈਂਟ ਕਰ ਦੇਵੇ ਕਿ ਅਸੀਂ ਇਹਦਾ ਬਾਈਕਾਟ ਕਰ ਰਹੇ ਹਾਂ। ਮਾਮਲਾ ਕੀ ਆ, ਬਾਈਕਾਟ ਕਿਉਂ ਕੀਤਾ ਜਾ ਰਿਹਾ? ਉਹ ਇਹ ਕਹਿ ਰਹੇ ਆ ਕਿ ਚੀਨ ਦਾ ਮਨੁੱਖੀ ਅਧਿਕਾਰਾਂ ਦੇ ਮਾਮਲੇ ਦੇ ਵਿੱਚ ਇਹਨਾਂ ਦਾ ਰੈਕਡ ਬਹੁਤ ਮਾੜਾ ਆ, ਤੇ ਇਹ ਉਹਨੂੰ ਕਿਸੇ ਤਰ੍ਹਾਂ ਠੀਕ ਠਾਕ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਸ ਤਰ੍ਹਾਂ ਦੀਆਂ ਖੇਡਾਂ ਕਰਾ ਕੇ ਚੰਗੇ ਬਣਨ ਦੀ, ਦੁਨੀਆ ਦੇ ਸਾਹਮਣੇ ਚੀਨ ਚੰਗਾ ਬਣਨ ਦੀ ਕੋਸ਼ਿਸ਼ ਕਰਦਾ, ਜਿਹੜਾ ਕਿ ਉਹ ਹੈ ਨਹੀਂ। ਤੇ ਭਾਵੇਂ ਉੱਥੇ ਜਿਹੜੇ ਮਨੁੱਖੀ ਅਧਿਕਾਰ ਸੀ, ਜਿਹੜੇ ਸਿਵਲ ਰਾਈਟ ਐਕਟਿਵਿਸਟ ਨੇ, ਉੱਥੇ ਪੋਲੀਟੀਕਲ ਜਿਹੜੇ ਵਿਰੋਧੀ ਨੇ, ਜਾਂ ਉੱਥੋਂ ਦੀਆਂ ਐਥਨਿਕ ਮਾਈਨੋਰਿਟੀਜ਼ ਨੇ, ਉਹਨਾਂ ਦੇ ਉੱਤੇ ਚੀਨ ਜ਼ੁਲਮ ਕਰ ਰਿਹਾ, ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਿਹਾ। ਇਹ ਗੱਲ ਅਮਰੀਕਾ ਕਹਿ ਰਹੀ ਆ, ਤੇ ਉੱਥੇ ਹੋਣ ਵਾਲੀਆਂ ਇਹਨਾਂ ਖੇਡਾਂ ਦਾ ਬਾਈਕਾਟ ਕਰਕੇ ਅਮਰੀਕਾ ਦੁਨੀਆ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਆ ਕਿ ਭਾਵੇਂ ਚੀਨ ਇਸ ਵੇਲੇ ਖੇਡਾਂ ਕਰਾ ਰਿਹਾ, ਭਾਵੇਂ ਚੀਨ ਬਹੁਤ ਚੰਗਾ ਦੁਨੀਆ ਦੀ ਨਜ਼ਰਾਂ ਦੇ ਵਿੱਚ ਬਣਨ ਦੀ ਕੋਸ਼ਿਸ਼ ਕਰ ਰਿਹਾ, ਪਰ ਅਸਲ ਦੇ ਵਿੱਚ ਇਹ ਚੰਗਾ ਨਹੀਂ ਆ। ਹੁਣ ਅੱਜ ਜਾਂ ਕੱਲ੍ਹ ਦੇ ਵਿੱਚ ਜੇ ਅਮਰੀਕਾ ਵੱਲੋਂ ਅਨਾਊਂਸਮੈਂਟ ਆ ਜਾਂਦੀ ਆ, ਤਾਂ ਦੋਵਾਂ ਦੇਸ਼ਾਂ ਦੇ ਵਿੱਚ ਜਿਹੜੀ ਟੈਨਸ਼ਨ ਆ ਇਹ ਹੋਰ ਜ਼ਿਆਦਾ ਵੱਧ ਸਕਦੀ ਆ ਇਹਨੂੰ, ਕਿਉਂਕਿ ਉਹਨਾਂ ਦੇ ਬਾਈਕਾਟ ਦੇ ਐਲਾਨ ਤੋਂ ਪਹਿਲਾਂ ਹੀ ਚੀਨ ਦੇ ਅਧਿਕਾਰੀਆਂ ਨੇ ਇਸ ਚੀਜ਼ ਦੇ ਬਾਰੇ ਆਪਣੇ ਵਿਚਾਰ ਦੇਣੇ ਸ਼ੁਰੂ ਕਰ ਦਿੱਤੇ ਆ ਕਿ ਬਹੁਤ ਮਾੜੀ ਗੱਲ ਹੋਊਗੀ। ਪਰ ਅਮਰੀਕਾ ਦੇ ਵਿੱਚ ਇੱਕ ਲੰਬਾ ਇਤਿਹਾਸ ਰਿਹਾ ਕਿ ਇਹਨਾਂ ਦੇ ਹਾਈ ਲੈਵਲ ਡੈਲੀਗੇਸ਼ਨ ਹਰ ਓਲੰਪਿਕ ਖੇਡਾਂ ਦੇ ਉੱਤੇ ਜਾਂਦੇ ਆ। ਇਹ ਇੱਕ ਰਵਾਇਤ ਆ ਅਮਰੀਕਾ ਦੀ, ਜਿਹੜੀਆਂ ਦੂਜੀਆਂ ਨੇਸ਼ਨਸ ਨੇ, ਲੀਡਿੰਗ ਨੇਸ਼ਨਸ ਨੇ, ਉਹਨਾਂ ਦੇ ਲੋਕ ਵੀ ਜਾਂਦੇ ਆ। ਜਿਹੜੇ ਉਸ ਵੇਲੇ ਦੇ ਰਾਸ਼ਟਰਪਤੀ ਸੀਗੇ ਜਾਰਜ ਡਬਲਿਊ ਬੁਸ਼, ਉਹਨਾਂ ਨੇ 2008 ਦੇ ਵਿੱਚ ਬੀजिंग ਓਲੰਪਿਕ ਸਮਰ ਗੇਮਸ ਦੇ ਵਿੱਚ ਉੱਥੇ ਗਏ ਸੀ, ਉਹਨੂੰ ਅਟੈਂਡ ਕੀਤਾ ਸੀ। ਫਸਟ ਲੇਡੀ ਜਿਲ ਬਾਈਡਨ, ਇਹਨਾਂ ਨੇ ਵੀ ਜਿਹੜੀਆਂ ਸਮਰ ਓਲੰਪਿਕਸ ਟੋਕੀਓ ਦੇ ਵਿੱਚ ਹੋਈਆਂ ਐਸੇ ਸਾਲ ਦੇ ਵਿੱਚ, ਇਹ ਵੀ ਉੱਥੇ ਗਏ ਸੀ। ਜਿਹੜੇ ਸੈਕੰਡ ਜੈਂਟਲਮੈਨ ਨੇ ਡਗ ਐਮਫ, ਉਹ ਵੀ ਉੱਥੇ ਡੈਲੀਗੇਸ਼ਨ ਦੇ ਵਜੋਂ ਪੈਰਾਲੰਪਿਕ ਗੇਮਸ ਦੇ ਵਿੱਚ ਗਏ ਸੀ। ਹੁਣ ਇਸ ਅਮਰੀਕਾ ਵੱਲੋਂ ਡਿਪਲੋਮੈਟਿਕ ਬਾਈਕਾਟ ਦੀ ਗੱਲ ਕੀਤੀ ਜਾਣੀ, ਇਹਦਾ ਕਿਤੇ ਨਾ ਕਿਤੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਦੇ ਵਿੱਚ ਅਸਰ ਪੈ ਸਕਦਾ, ਤੇ ਜਦੋਂ ਅਮਰੀਕਾ ਚੀਨ ਦੇ ਆਪਸੀ ਰਿਸ਼ਤੇ ਦੇ ਵਿੱਚ ਅਸਰ ਪੈਂਦਾ ਤਾਂ ਇਹਦਾ ਅਸਰ ਪੂਰੀ ਦੁਨੀਆ ਦੇ ਉੱਤੇ ਬੜਾ ਸਿੱਧਾ ਹੁੰਦਾ। ਅਮਰੀਕਾ ਦੇ ਇਸ਼ੂਜ਼ ਕੀ ਆ ਕਿ ਜੋ ਕੁਛ ਤਾਈਵਾਨ ਦੇ ਵਿੱਚ ਚੀਨ ਕਰ ਰਿਹਾ, ਹਿਊਮਨ ਰਾਈਟਸ ਦੇ ਉੱਤੇ ਜੋ ਕੁਛ ਕਰ ਰਿਹਾ, ਹਾਂਗਕਾਂਗ ਦੇ ਉੱਤੇ, ਸਾਊਥ ਚਾਈਨਾ ਸੀ ਦੇ ਵਿੱਚ, ਉਹਦੇ ਉੱਤੇ ਉਹਨਾਂ ਦੇ ਜਿਹੜਾ ਬਹੁਤ ਵੱਡਾ ਇੱਕ ਇਤਰਾਜ਼ ਆ, ਤੇ ਇਸ ਕਰਕੇ ਉੱਥੇ ਉਹ ਜਾਣਾ ਨਹੀਂ ਚਾਹੁੰਦੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਕਿੱਧਰ ਨੂੰ ਜਾਂਦਾ, ਚੀਨ ਦੇ ਉੱਤੇ ਇਹਦਾ ਕੀ ਅਸਰ ਪੈਂਦਾ, ਅਮਰੀਕਾ ਦੇ ਉੱਤੇ ਇਹਦਾ ਕੀ ਅਸਰ ਪੈਂਦਾ, ਤੇ ਇਹਨਾਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਦੋ ਤਾਕਤਾਂ ਦੇ ਆਪਸੀ ਰਿਸ਼ਤੇ ਦਾ ਦੁਨੀਆ ਦੇ ਉੱਤੇ ਕੀ ਅਸਰ ਪੈਂਦਾ, ਇਹ ਵੀ ਇੱਕ ਦੇਖਣ ਵਾਲੀ ਗੱਲ। ਪਿਛਲੇ ਕਈ ਦਿਨਾਂ ਤੋਂ ਅਸੀਂ ਓਮਿਕਰੋਨ ਵੇਰੀਐਂਟ ਬਾਰੇ ਗੱਲਾਂ ਬਾਤਾਂ ਕਰਦੇ ਆ ਰਹੇ ਹਾਂ। ਇਹਦੇ ਬਾਰੇ ਪਤਾ ਕੁਛ ਨਹੀਂ ਲੱਗ ਰਿਹਾ ਕਿ ਕਿੰਨਾ ਖਤਰਨਾਕ ਆ। ਜਦੋਂ ਸਾਊਥ ਅਫਰੀਕਾ ਦੇ ਵਿੱਚ ਓਮਿਕਰੋਨ ਵੇਰੀਐਂਟ ਸਾਹਮਣੇ ਆਇਆ ਸੀ, ਇੱਕਦਮ ਦੁਨੀਆ ਦੇ 44 ਦੇਸ਼ਾਂ ਨੇ ਇਸ ਪਾਸਿਓਂ ਆਉਣ ਵਾਲੀਆਂ ਫਲਾਈਟਾਂ ਨੂੰ ਬੰਦ ਕਰ ਦਿੱਤਾ। ਕਈ ਦੇਸ਼ਾਂ ਨੇ ਸਾਰੀਆਂ ਫਲਾਈਟਾਂ ਹੀ ਬੰਦ ਕਰ ਦਿੱਤੀਆਂ, ਕਈ ਦੇਸ਼ਾਂ ਨੇ ਜਿਹੜੇ ਫੋਰਨ ਟਰੈਵਲਰ ਸੀਗੇ ਉਹਨਾਂ ਨੂੰ ਬੰਦ ਕਰ ਦਿੱਤਾ। ਪਹਿਲੀ ਵਾਰ ਇੱਕ ਥੋੜੀ ਜਿਹੀ ਚੰਗੀ, ਥੋੜੀ ਜਿਹੀ ਸੁੱਖ ਦੀ ਖਬਰ ਅਮਰੀਕਾ ਵੱਲੋਂ ਆ ਰਹੀ ਆ। ਅਮਰੀਕਾ ਦੇ ਵਿਗਿਆਨੀਆਂ ਨੇ ਇੱਕ ਮੁੱਢਲੀ ਜਾਣਕਾਰੀ ਦਿੱਤੀ ਆ, ਇੱਕ ਜਿਹੜੀ ਪ੍ਰੀਲਿਮਿਨਰੀ ਉਹਨਾਂ ਦੀ ਜਾਣਕਾਰੀ ਉਹ ਇਹ ਦੱਸਦੀ ਆ, ਕੁਛ ਜਿਹੜੀਆਂ ਖੋਜਾਂ ਹੋਈਆਂ ਉਹਨਾਂ ਦੇ ਮੁੱਢਲੇ ਨਤੀਜੇ ਇਹ ਦੱਸ ਰਹੇ ਆ ਕਿ ਇਹ ਓਮਿਕਰੋਨ ਵੇਰੀਐਂਟ ਇੰਨਾ ਜ਼ਿਆਦਾ ਖਤਰਨਾਕ ਨਹੀਂ ਆ ਜਿੰਨਾ ਜ਼ਿਆਦਾ ਪਹਿਲਾ ਡੈਲਟਾ ਵੇਰੀਐਂਟ ਖਤਰਨਾਕ ਸੀ। ਅਮਰੀਕਾ ਦੇ 17 ਸਟੇਟਾਂ ਦੇ ਵਿੱਚ ਇਸ ਵੇਲੇ ਓਮਿਕਰੋਨ ਵੇਰੀਐਂਟ ਫੈਲ ਚੁੱਕਿਆ। ਇਹਦੇ ਤੋਂ ਬਾਅਦ ਜਦੋਂ ਉਹਨਾਂ ਦੇ ਸਭ ਤੋਂ ਵੱਡੇ ਆਫੀਸਰ ਡਾਕਟਰ ਐਂਥਨੀ ਫਾਊਚੀ ਨੇ ਇਹ ਜਾਣਕਾਰੀ ਦਿੱਤੀ ਆ ਕਿ ਅਰਲੀ ਇੰਡੀਕੇਸ਼ਨ ਸੁਜੈਸਟ ਕਰ ਰਹੀਆਂ ਕਿ ਇਹ ਡੈਲਟਾ ਵੇਰੀਐਂਟ ਨਾਲੋਂ ਘੱਟ ਖਤਰਨਾਕ ਆ, ਉਹਦੇ ਨਾਲੋਂ ਘੱਟ ਤੇਜ਼ੀ ਨਾਲ ਫੈਲ ਰਿਹਾ ਆ। ਯੂਐਸ ਹੈਲਥ ਅਫੀਸ਼ੀਅਲਸ ਨੇ ਉਹਨਾਂ ਨੇ ਕੱਲ੍ਹ ਜਾਣੀ ਕਿ ਐਤਵਾਰ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਆ। ਹਾਲਾਂਕਿ ਕਨਫਰਮੇਸ਼ਨ ਨਹੀਂ ਹੈ ਕਿ ਸੱਚੀ ਘੱਟ ਖਤਰਨਾਕ ਆ, ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਖੋਜਾਂ ਸਾਹਮਣੇ ਆ ਜਾਣ, ਕਿਉਂਕਿ ਪੂਰੀ ਦੁਨੀਆ ਦੇ ਵਿਗਿਆਨੀ ਇਸ ਵੇਲੇ
ਇਸ ਓਮਿਕਰੋਨ ਵੇਰੀਐਂਟ ਦੇ ਦੁਆਲੇ ਲੱਗੇ ਆ। ਇਸੇ ਕਰਕੇ ਦੁਨੀਆ ਦੇ ਵਿੱਚ ਸਾਰਾ ਟਰੈਵਲ ਜਿਹੜਾ ਇਧਰੋਂ ਉਧਰੋਂ ਡਿਸਟਰਬ ਹੋਇਆ, ਲੋਕਾਂ ਨੇ ਰੈਸਟ੍ਰਿਕਸ਼ਨਸ ਵਧਾ ਦਿੱਤੀਆਂ। ਪਰ ਅਮਰੀਕਾ ਦੇ ਇਹਨਾਂ ਵਿਗਿਆਨੀਆਂ ਦੀ ਗੱਲਬਾਤ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਚੀਫ ਮੈਡੀਕਲ ਐਡਵਾਈਜ਼ਰ ਡਾਕਟਰ ਐਂਥਨੀ ਫਾਊਚੀ ਨੇ CNN ਨੂੰ ਜਿਹੜੀ ਗੱਲਬਾਤ ਦੱਸੀ ਆ ਕਿ ਜਿਹੜੇ ਵਿਗਿਆਨੀ ਆ ਉਹਨਾਂ ਨੂੰ ਇਹਦੇ ਬਾਰੇ ਹੋਰ ਜਾਣਕਾਰੀ ਚਾਹੀਦੀ ਆ ਕਨਕਲੂਡ ਕਰਨ ਦੇ ਲਈ, ਇਹ ਦੱਸਣ ਦੇ ਲਈ ਵੀ ਓਮਿਕਰੋਨ ਕਿੰਨਾ ਖਤਰਨਾਕ ਆ। ਪਰ ਮੁੱਢਲੀ ਜਾਣਕਾਰੀ ਇਹ ਦੱਸਦੀ ਆ ਕਿ ਇਹ ਡੈਲਟਾ ਵੇਰੀਐਂਟ ਨਾਲੋਂ ਘੱਟ ਖਤਰਨਾਕ ਹੋਊਗਾ। ਸਾਊਥ ਅਫਰੀਕਾ ਤੋਂ ਰਿਪੋਰਟਸ ਆਈਆਂ ਸੀ ਜਿੱਥੋਂ ਇਹ ਪੈਦਾ ਹੋਇਆ ਸੀ, ਜਾਂ ਸਭ ਤੋਂ ਪਹਿਲਾਂ ਅਸਲ ਦੇ ਵਿੱਚ ਜਿੱਥੇ ਇਹ ਦੇਖਿਆ ਗਿਆ ਉੱਥੋਂ ਦੇ ਡੋਮੀਨੈਂਟ ਸਟ੍ਰੇਨ ਸੀਗੀ। ਉਹਨਾਂ ਨੇ ਦੱਸਿਆ ਕਿ ਇਸ ਵੇਲੇ ਉੱਥੇ ਜਿਹੜਾ ਹਸਪੀਟਲਾਈਜੇਸ਼ਨ ਆ, ਹਸਪਤਾਲ ਵਿੱਚ ਜਾਣ ਵਾਲੇ ਲੋਕਾਂ ਦੀ ਗਿਣਤੀ ਇੰਨੀ ਜ਼ਿਆਦਾ ਨਹੀਂ ਵਧੀ ਜਿੰਨੀ ਦੁਨੀਆ ਦੇ ਵਿੱਚ ਰੌਲਾ ਰੱਪਾ ਇਹਦਾ ਪੈ ਗਿਆ। ਸ਼ਾਇਦ ਲੋਕ ਡਰੇ ਨਹੀਂ, ਸ਼ਾਇਦ ਸਰਕਾਰਾਂ ਡਰੀਆਂ ਆ। ਸੋ ਇਸ ਵੇਲੇ ਉਹ ਕਹਿੰਦੇ ਇਹ ਇੰਨੀ ਜ਼ਿਆਦਾ ਖਤਰਨਾਕ ਚੀਜ਼ ਸਾਨੂੰ ਨਜ਼ਰ ਨਹੀਂ ਆ ਰਹੀ। ਡਾਕਟਰ ਫਾਊਚੀ ਨੇ ਇਹ ਗੱਲਬਾਤ ਕਹੀ ਆ। ਉਹ ਕਹਿੰਦੇ ਪਰ ਸਾਨੂੰ ਹਜੇ ਵੀ ਬਹੁਤ ਜ਼ਿਆਦਾ ਕੇਅਰਫੁਲ ਰਹਿਣਾ ਪਊਗਾ, ਸਾਨੂੰ ਬਹੁਤ ਨੇੜਿਓਂ ਇਹ ਸਾਰਾ ਕੁਝ ਦੇਖਣਾ ਪਊਗਾ ਕਿ ਕਿੰਨਾ ਇਹ ਬਿਮਾਰ ਕਰ ਰਿਹਾ ਆ। ਡਾਕਟਰ ਫਾਊਚੀ ਨੇ ਕਿਹਾ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਇਸ ਗੱਲਬਾਤ ਬਾਰੇ ਵੀ ਸੋਚ ਰਿਹਾ ਕਿ ਜਿਹੜੀਆਂ ਰੈਸਟ੍ਰਿਕਸ਼ਨਸ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਯੂਨਾਈਟਿਡ ਸਟੇਟਸ ਦੇ ਵਿੱਚ ਅਫਰੀਕਾ ਦੀਆਂ ਬਹੁਤ ਸਾਰੀਆਂ ਸਟੇਟਸ 'ਤੇ ਲਾਈਆਂ ਆ, ਉਹਨੂੰ ਅਸੀਂ ਚੱਕ ਦਈਏ, ਉਹਨੂੰ ਅਸੀਂ ਢਿੱਲਾ ਕਰ ਦਈਏ। ਜੇ ਅਮਰੀਕਾ ਇਹ ਗੱਲਬਾਤ ਸੋਚ ਰਿਹਾ ਕਿ ਅਸੀਂ ਜਿਹੜੀਆਂ ਯਾਤਰਾ ਦੀਆਂ ਪਾਬੰਦੀਆਂ ਲਾਈਆਂ, ਫਲਾਈਟਾਂ ਨੂੰ ਥੋੜ੍ਹਾ ਜਿਹਾ ਖੋਲ੍ਹ ਦਈਏ, ਤਾਂ ਇਹਦਾ ਮਤਲਬ ਇਹ ਬਾਕੀ ਦੁਨੀਆ ਦੇ ਲਈ ਵੀ ਚੰਗੀ ਖਬਰ ਆ। ਜਿੱਥੇ ਕਿਤੇ ਪਾਬੰਦੀਆਂ ਲੱਗੀਆਂ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਚੱਕਿਆ ਜਾ ਸਕਦਾ। ਅਮਰੀਕਾ ਨੇ ਓਮਿਕਰੋਨ ਵੇਰੀਐਂਟ ਦੇ ਮਾਮਲੇ ਦੇ ਵਿੱਚ ਇਹ ਪਾਬੰਦੀਆਂ ਲਾਈਆਂ ਸੀ। ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਬਣਦਾ ਕਿ UN ਸੈਕਟਰੀ ਜਨਰਲ ਨੇ ਇਸ ਗੱਲ ਦੀ ਵਿਰੋਧਤਾ ਕੀਤੀ ਸੀ ਜਾਂ ਇਸ ਗੱਲ ਦੀ ਆਲੋਚਨਾ ਕੀਤੀ ਸੀ ਜਿਹੜਾ ਵੱਖ-ਵੱਖ ਦੇਸ਼ਾਂ ਨੇ ਟਰੈਵਲ ਬੈਨ ਲਾਇਆ। ਉਹਨਾਂ ਨੇ ਇਸ ਚੀਜ਼ ਨੂੰ ਟਰੈਵਲ ਐਪਾਰਥਾਈਡ ਕਿਹਾ ਸੀ ਕਿ ਇਹ ਯਾਤਰਾ ਦਾ ਰੰਗ ਭੇਦ ਕੀਤਾ ਜਾ ਰਿਹਾ ਕਿ ਜਿੱਥੋਂ ਇਹਨਾਂ ਫਲਾਈਟਸ ਨੂੰ ਬੈਨ ਕੀਤਾ ਗਿਆ ਜਾਂ ਜਿਹੜੀਆਂ ਟਰੈਵਲ ਰੈਸਟ੍ਰਿਕਸ਼ਨਸ ਲਾਈਆਂ ਗਈਆਂ। ਸੋ ਅੱਜ ਇਹ ਬੈਨ ਚੱਕੇ ਜਾਣ ਦੀਆਂ ਕੁਝ ਆਸ ਨਜ਼ਰ ਆ ਰਹੀ ਆ। ਅਮਰੀਕਾ ਦੇ ਵਿਗਿਆਨੀ, ਉੱਥੋਂ ਦੇ ਜਿਹੜੇ ਟੌਪ ਦੇ ਸਾਇੰਟਿਸਟ ਨੇ ਉਹਨਾਂ ਦੇ ਇਸ ਕੰਮ ਦੇ, ਡਾਕਟਰ ਫਾਊਚੀ, ਉਹਨਾਂ ਦੁਆਰਾ ਇਹ ਕਿਹਾ ਜਾਣਾ ਭਾਵੇਂ ਕਿ ਸ਼ੁਰੂਆਤੀ ਗੱਲਾਂ ਨੇ, ਪਰ ਇਹਦੇ ਨਾਲ ਘੱਟੋ ਘੱਟ ਪੂਰੀ ਦੁਨੀਆ ਨੂੰ ਥੋੜ੍ਹੀ ਜਿਹੀ ਰਾਹਤ ਮਹਿਸੂਸ ਹੋ ਰਹੀ ਆ, ਥੋੜ੍ਹਾ ਜਿਹਾ ਸੁੱਖ ਦਾ ਸਾਹ ਆ ਰਿਹਾ। ਅਮਰੀਕਾ ਦੇ ਵਿੱਚ ਅਜੇ ਵੀ ਜਿਹੜਾ ਡੈਲਟਾ ਵੇਰੀਐਂਟ ਆ ਉਹ ਡੋਮੀਨੈਂਟ ਵੇਰੀਐਂਟ ਆ, ਜਿਹੜਾ 99% ਕੇਸਿਸ ਦੇ ਵਾਧੇ ਦੇ ਲਈ ਇਸ ਵੇਲੇ ਜ਼ਿੰਮੇਵਾਰ ਆ। ਜਿੱਥੇ ਕਿਤੇ ਵੀ ਜਿਵੇਂ ਨਿਊਯਾਰਕ ਜਾਂ ਵੈਸਟਰਨ ਨਿਊਯਾਰਕ ਦੇ ਵਿੱਚ ਜਿੱਥੇ ਕਿਤੇ ਵੀ ਕੇਸਿਸ ਇਸ ਵੇਲੇ ਵੱਧ ਰਹੇ ਆ, ਉੱਥੇ ਨੈਸ਼ਨਲ ਗਾਰਡ ਨੂੰ ਵੀ ਭੇਜਿਆ ਜਾ ਰਿਹਾ। ਮੈਸਾਚੂਸੇਟਸ ਗਵਰਨਮੈਂਟ ਦੇ ਵਿੱਚ ਵੀ ਇਹ ਐਮਰਜੈਂਸੀ ਆਰਡਰ ਜਿਹੜੇ ਆ ਹਸਪੀਟਲਾਈਜੇਸ਼ਨ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਅਨਾਊਂਸ ਕੀਤੇ ਆ। ਲੋਕਾਂ ਨੂੰ ਲਗਾਤਾਰ ਅਮਰੀਕਾ ਬੇਨਤੀ ਕਰ ਰਿਹਾ ਤੁਸੀਂ ਵੈਕਸੀਨ ਲਵਾ ਲਓ, ਬੂਸਟਰ ਸ਼ਾਟ ਲਵਾ ਲਓ, ਇਸੇ ਤਰ੍ਹਾਂ ਪ੍ਰੀਕਾਸ਼ਨ ਲਓ, ਮਾਸਕ ਪਾ ਕੇ ਰੱਖੋ, ਜਿਹੜੇ ਆ ਲੋਕਾਂ ਤੋਂ ਥੋੜ੍ਹਾ ਜਿਹਾ ਦੂਰ ਰਹੋ। ਪਰ ਫਿਰ ਵੀ ਅੱਜ ਇਹ ਚੰਗੀ ਖਬਰ, ਇਹ ਸੁੱਖ ਦੀ ਖਬਰ ਕਿ ਅਮਰੀਕਾ ਦੇ ਟੌਪ ਦੇ ਸਾਇੰਟਿਸਟ ਕਹਿ ਰਹੇ ਆ ਕਿ ਇਹ ਵਾਇਰਸ ਹੋ ਸਕਦਾ ਇੰਨਾ ਜ਼ਿਆਦਾ ਖਤਰਨਾਕ ਨਾ ਹੋਵੇ ਜਿੰਨਾ ਇਹਦਾ ਰੌਲਾ ਰੱਪਾ ਪੈ ਗਿਆ। ਇਹ ਡੈਲਟਾ ਵੇਰੀਐਂਟ ਤੋਂ ਘੱਟ ਖਤਰਨਾਕ ਹੋ ਸਕਦਾ। ਜਦੋਂ ਕਿ ਅਸੀਂ ਪਹਿਲੀਆਂ ਖਬਰਾਂ ਦੇ ਵਿੱਚ ਗੱਲਬਾਤ ਕੀਤੀ ਆ ਕਿ ਅਮਰੀਕਾ ਦੇ ਟੌਪ ਦੇ ਡਾਕਟਰ ਇਹ ਕਹਿ ਰਹੇ ਆ ਕਿ ਕੋਵਿਡ-19 ਦਾ ਓਮਿਕਰੋਨ ਵੇਰੀਐਂਟ ਉਹਨਾਂ ਜ਼ਿਆਦਾ ਖਤਰਨਾਕ ਨਹੀਂ ਹੈ ਜਿੰਨਾ ਹੋ ਸਕਦਾ ਕਿ ਉਹਨਾਂ ਜ਼ਿਆਦਾ ਖਤਰਨਾਕ ਨਾ ਹੋਵੇ ਜਿੰਨਾ ਇਹਦਾ ਰੌਲਾ ਰੱਪਾ ਪੈ ਗਿਆ। ਮੁੱਢਲੀ ਜਿਹੜੀ ਇਨਵੈਸਟੀਗੇਸ਼ਨ ਉਹ ਇਹ ਗੱਲ ਦੱਸ ਰਹੀ ਆ। ਉੱਥੇ ਦੂਜੇ ਪਾਸੇ ਜਿਹੜੇ ਫੈਡਰਲ ਟਰੈਵਲ ਰੂਲਸ ਨੇ ਕੈਨੇਡਾ ਦੇ ਵਿੱਚ, ਉਹਨਾਂ ਦੀ ਆਲੋਚਨਾ ਹੋ ਰਹੀ ਹੈ। ਬਹੁਤ ਸਾਰੇ ਵਿਗਿਆਨੀ, ਬਹੁਤ ਸਾਰੇ ਹੈਲਥ ਐਕਸਪਰਟ ਇਸ ਵੇਲੇ ਜਿਹੜੇ ਕਿ ਬਹੁਤ ਸਾਰੇ ਲੋਕ ਉਸ ਸਾਊਥ ਅਫਰੀਕਾ ਦੇ ਕੁਝ ਦੇਸ਼ਾਂ ਦੇ ਵਿੱਚ ਰੁਕੇ ਆ ਜਾਂ ਉੱਥੋਂ ਕੈਨੇਡਾ ਆਉਣਾ ਚਾਹੁੰਦੇ ਆ, ਉਹਨਾਂ ਨੂੰ ਕਿਸੇ ਤੀਜੇ ਦੇਸ਼ ਵਿੱਚ ਦੀ ਰਸਤਾ ਬਣਾ ਕੇ ਆਉਣਾ ਪੈ ਰਿਹਾ, ਇਹਦੀ ਆਲੋਚਨਾ ਕਰ ਰਹੇ ਆ। ਤੁਹਾਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਸਰਕਾਰ ਨੇ ਜਿਹੜਾ ਨਵਾਂ ਨਿਯਮ ਲਾਗੂ ਕੀਤਾ ਸੀ ਕਿ ਕੈਨੇਡੀਅਨ ਜਿਹੜੇ ਕੋਵਿਡ-19 ਟੈਸਟ ਕਰਾ ਕੇ ਆਉਂਦੇ ਆ ਸਾਊਥ ਅਫਰੀਕਨ ਕੰਟਰੀ ਤੋਂ, ਉਹ ਕਹਿੰਦੇ ਜੇ ਉਹ ਕੈਨੇਡਾ ਦੇ ਵਿੱਚ ਆ ਰਹੇ ਆ ਤਾਂ ਉਹਨਾਂ ਨੂੰ ਇਹਦਾ ਟੈਸਟ ਜਿਹੜਾ ਕਿਤੇ ਹੋਰ ਕਰਵਾਉਣਾ ਪਊਗਾ। ਉੱਥੋਂ ਟੈਸਟ ਕਰਵਾ ਕੇ ਸਿੱਧੇ ਕੈਨੇਡਾ ਦੇ ਵਿੱਚ ਨਹੀਂ ਆ ਸਕਦੇ, ਉਹਨਾਂ ਨੂੰ ਮੋਲੀਕੂਲਰ ਟੈਸਟ ਤੀਜੀ ਕੰਟਰੀ ਤੋਂ ਕਰਵਾਉਣਾ ਪਊਗਾ। ਇਸ ਤੀਜੇ ਦੇਸ਼ ਤੋਂ ਇਹ ਟੈਸਟ ਕਰਵਾਉਣ ਦੇ ਨਿਯਮ ਨੇ ਬਹੁਤ ਸਾਰੇ ਕੈਨੇਡੀਅਨਸ ਨੂੰ ਇਥੋਪੀਆ ਦੇ ਵਿੱਚ ਰੁਕਣਾ ਪਿਆ। ਬਹੁਤ ਸਾਰੀਆਂ ਫੈਡਰਲ ਐਡਵਾਈਜ਼ਰੀ ਜਿਹੜੀਆਂ ਉਹਦੇ ਬਾਵਜੂਦ ਵੀ ਉਹਨਾਂ ਕੁਝ ਦੇਸ਼ਾਂ ਦੇ ਵਿੱਚ ਰੁਕਣਾ ਪੈ ਰਿਹਾ। ਵੀਕਐਂਡ ਦੇ ਉੱਤੇ ਫੈਡਰਲ ਸਰਕਾਰ ਨੇ ਅਨਾਊਂਸ ਕੀਤਾ ਕਿ ਉਹ ਟੈਂਪਰੇਰੀ ਐਗਜ਼ੰਪਸ਼ਨ ਦੇ ਰਹੇ ਆ
ਪਰ ਉਹਨਾਂ ਇੱਕ 에ਅਰਲਾਈਨ ਜਿਹੜੀ ਕਿ ਜਰਮਨੀ ਦੀ ਲਫਥਾਂਸਾ ਆ ਉਹ ਵੀ ਇੱਕ ਹਫ਼ਤੇ ਦੇ ਲਈ ਇਹਦੇ ਨਾਲ ਜਿਹੜੀ ਟ੍ਰਾਂਜ਼ਿਟ ਆ ਉਹ ਫਰੈਂਕਫਰਟ 에ਅਰਪੋਰਟ ਦੇ ਥਰੂ ਹੋ ਸਕਦੀ ਆ। ਸੋ ਇਹ ਜਿਹੜਾ ਪ੍ਰੀਲਿਮਿਨਰੀ ਡਾਟਾ ਆ ਇਹ ਇਸ ਵੇਲੇ ਦੱਸ ਰਿਹਾ ਕਿ ਸਾਇੰਟਿਸਟ ਤੇ ਦੂਜੇ ਐਕਸਪਰਟ ਇਸ ਗੱਲ ਦੀ ਬੜੀ ਸਖਤ ਆਲੋਚਨਾ ਕਰ ਰਹੇ ਆ ਕਿ ਉਹ ਦੇਸ਼ ਸਾਊਥ ਅਫਰੀਕਾ ਦੇ ਉਹ ਦੇਸ਼ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਵਾਇਰਸ ਦੀ ਇਹ ਸਟ੍ਰੇਨ ਲੱਭੀ ਆ, ਇਹਦਾ ਮਤਲਬ ਇਹ ਨਹੀਂ ਕਿ ਉਸ ਦੇਸ਼ ਦੇ ਵਿੱਚ ਇਹ ਵਾਇਰਸ ਪੈਦਾ ਹੋ ਸਕਦਾ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਵਾਇਰਸ ਫੈਲ ਚੁੱਕਿਆ। ਜੇ ਪੂਰੀ ਦੁਨੀਆ ਦੇ ਵਿੱਚ ਵਾਇਰਸ ਫੈਲ ਚੁੱਕਿਆ ਤਾਂ ਉੱਥੋਂ ਦੇ ਵਿਗਿਆਨੀਆਂ ਨੂੰ ਤਾਂ ਸ਼ਾਬਾਸ਼ ਦੇਣੀ ਚਾਹੀਦੀ ਹੈ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਇਹਦਾ ਪਤਾ ਲਾਇਆ ਕਿ ਇਹ ਵਾਇਰਸ ਦਾ ਨਵਾਂ ਸਟ੍ਰੇਨ ਇੱਥੇ ਹੈਗਾ ਆ। ਹੋ ਉਲਟਾ ਰਿਹਾ ਕਿ ਕੈਨੇਡਾ ਸਰਕਾਰ ਉਹਨਾਂ ਦੀਆਂ ਲੈਬੋਰਟਰੀਜ਼ ਦੇ ਉੱਤੇ ਹੀ ਸ਼ੱਕ ਕਰ ਰਹੀ ਹੈ ਵੀ ਇਹਨਾਂ ਦਾ ਟੈਸਟ ਵੈਲਿਡ ਨਹੀਂ, ਤੁਸੀਂ ਆਉਣ ਲੱਗੇ ਕਿਸੇ ਹੋਰ ਦੇਸ਼ ਦੇ ਵਿੱਚੋਂ ਟੈਸਟ ਕਰਵਾ ਕੇ ਇੱਥੇ ਆਓ। ਵਿਗਿਆਨੀ ਇਹ ਕਹਿ ਰਹੇ ਆ ਕਿ ਸਾਊਥ ਅਫਰੀਕਨ ਲੈਬੋਰਟਰੀਜ਼ ਨੂੰ ਵਰਲਡ ਕਲਾਸ ਸਮਝਣਾ ਚਾਹੀਦਾ ਕਿ ਇਹਨਾਂ ਨੇ ਨਿਊ ਜਿਹੜਾ ਓਮਿਕਰੋਨ ਵੇਰੀਐਂਟ ਸੀ ਉਹਨੂੰ ਲੱਭਿਆ ਕਿਸੇ ਵੀ ਹੋਰ ਦੇਸ਼ ਤੋਂ ਪਹਿਲਾਂ। ਸੋ ਇਹ ਜਿਹੜੀ ਪੂਰੀ ਦੁਨੀਆ ਦੇ ਵਿੱਚ ਇੱਕ ਸਟੈਂਡਰਡਸ ਦੀਆਂ ਹੈਗੀਆਂ ਆ ਤੇ ਕੈਨੇਡਾ ਨੂੰ ਆਪਣੇ ਇਸ ਨਿਯਮ ਨੂੰ ਪਿੱਛੇ ਕਰਨਾ ਚਾਹੀਦਾ ਵੀ ਤੁਸੀਂ ਕਿਸੇ ਤੀਜੇ ਦੇਸ਼ ਦੇ ਉੱਤੋਂ ਆਪਣਾ ਟੈਸਟ ਕਰਵਾ ਕੇ ਆਓ। ਜਿਹੜੇ ਡਾਇਰੈਕਟਰ ਜਨਰਲ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਡਾਕਟਰ ਟੈਡਰਸ ਉਹਨਾਂ ਨੇ ਆਪਣੇ ਜਿਹੜਾ ਇੱਕ ਐਤਵਾਰ ਨੂੰ ਟਵੀਟ ਕੀਤਾ ਉਹਦੇ ਵਿੱਚ ਇਹ ਦੱਸਿਆ ਕਿ ਕੁਝ ਦੇਸ਼ ਜਿਹੜੇ ਕਿ ਕੋਵਿਡ-19 ਟੈਸਟ ਇਹਨਾਂ ਦੇਸ਼ਾਂ ਦੇ ਵਿੱਚੋਂ ਉਹਨੂੰ ਮੰਨ ਨਹੀਂ ਰਹੇ ਤੇ ਉਹਨੂੰ ਜਿਹੜਾ ਹੋਰ ਤਰੀਕੇ ਨਾਲ ਕਰਵਾਉਣ ਦੇ ਲਈ ਕਹਿ ਰਹੇ ਆ, ਇਹ ਚੀਜ਼ ਨਿਰਾਸ਼ਾਜਨਕ ਆ। ਜਿਹੜੇ ਸਾਊਥ ਅਫਰੀਕਾ ਦੇ ਟੌਪ ਸਾਇੰਟਿਸਟ ਨੇ, ਵੈਕਸੀਨੋਲੋਜੀ ਦੇ ਪ੍ਰੋਫੈਸਰ ਨੇ, ਉਹ ਇਹ ਗੱਲਬਾਤ ਕਹਿ ਰਹੇ ਆ ਕਿ ਅਸੀਂ ਇਸ ਵੇਲੇ ਜਿਹੜੀ ਇਸ ਗੱਲ ਦੇ ਵੀ ਉਲਟਾਂ ਜਾਂ ਇਸ ਗੱਲ ਦੀ ਵੀ ਆਲੋਚਨਾ ਕਰਦੇ ਹਾਂ ਕਿ ਕੈਨੇਡਾ ਸਾਡੇ ਇਹਨਾਂ ਟੈਸਟ ਨੂੰ, ਸਾਡੀਆਂ ਇਹਨਾਂ ਚੀਜ਼ਾਂ ਨੂੰ ਮਾਨਤਾ ਨਹੀਂ ਦੇ ਰਿਹਾ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲਾਂ ਵੀ ਜਿਹੜਾ ਕੈਨੇਡਾ ਆ ਇਹਦੀ ਬੜਾ ਸਖਤ ਆਲੋਚਨਾ ਹੋਈ ਆ ਅਫਰੀਕਨ ਲੀਡਰਸ ਦੁਆਰਾ, ਉੱਥੇ ਦੇ ਵਿਗਿਆਨੀਆਂ ਦੁਆਰਾ, ਜਿਹੜਾ ਟਰੈਵਲ ਬੈਨ ਲਿਸਟ ਦੇ ਵਿੱਚ ਉਹਨਾਂ ਨੂੰ ਪਾਇਆ ਗਿਆ ਸੀ। ਹੁਣ ਕਿਉਂਕਿ 44 ਦੇਸ਼ਾਂ ਦੇ ਵਿੱਚ ਇਹ ਹੋ ਗਿਆ ਤੇ ਕੀ ਕੈਨੇਡਾ ਉਹਨਾਂ 44 ਦੇਸ਼ਾਂ ਨੂੰ ਹੀ ਬੈਨ ਕਰੂਗਾ? ਉਹਨਾਂ 44 ਦੇਸ਼ਾਂ ਤੋਂ ਹੀ ਬੈਨ ਕਰ ਸਕਦਾ ਕਿਉਂਕਿ ਉਹਨਾਂ ਕੁ ਵੇਰੀਐਂਟ ਇਹ ਸਾਊਥ ਅਫਰੀਕਾ ਦੇ ਵਿੱਚ ਆ, ਉਹਨਾਂ ਕੀ ਬਾਕੀ ਥਾਵਾਂ ਦੇ ਉੱਤੇ ਹੋ ਗਿਆ। ਸੋ ਹੁਣ ਹੋ ਸਕਦਾ ਜਿਸ ਤਰ੍ਹਾਂ ਟੈਂਪਰੇਰੀ ਐਗਜ਼ੈਂਪਸ਼ਨ ਦਿੱਤੀ ਗਈ ਹੈ ਲਫਥਾਂਸਾ ਫਲਾਈਟਸ ਨੂੰ, ਬਹੁਤ ਸਾਰੇ ਇਹਦੇ ਨਾਲ ਜਿਹੜੇ ਕੈਨੇਡੀਅਨ ਬਾਹਰ ਫਸੇ ਆ, ਜਿਨ੍ਹਾਂ ਦੇ ਵਿੱਚ ਕਿ ਕੈਨੇਡੀਅਨ ਜੂਨੀਅਰ ਨੈਸ਼ਨਲ ਵੂਮਨਸ ਫੀਲਡ ਹਾਕੀ ਦੀ ਟੀਮ ਵੀ ਆ ਸਾਊਥ ਅਫਰੀਕਾ ਦੇ ਵਿੱਚ, ਉਹ ਵਾਪਸ ਆ ਸਕਣ। ਡਾਇਰੈਕਟ ਫਲਾਈਟ ਸਾਊਥ ਅਫਰੀਕਾ ਤੋਂ ਕੈਨੇਡਾ ਕੋਈ ਨਹੀਂ ਆ। ਸੋ ਬਹੁਤੀ ਵਾਰੀ ਜਿਹੜੇ ਕੈਨੇਡੀਅਨ ਜਿਹੜੇ ਵੀ ਸਾਊਥ ਅਫਰੀਕਾ ਤੋਂ ਆਉਂਦੇ ਆ ਉਹ ਯੂਰਪੀਅਨ ਸਿਟੀਜ਼ ਜਾਂ ਇਥੋਪੀਅਨ ਕੈਪੀਟਲ ਜਿਹੜੀ ਹੈਗੀ ਆ ਉੱਥੇ ਹੋ ਕੇ ਆਉਂਦੇ ਆ, ਜਿਹੜੀ ਕਿ ਅਫਰੀਕਨ ਕੰਟੀਨੈਂਟ ਦੀ ਇੱਕ ਬਿਗੇਸਟ ਹੱਬ ਵੀ ਆ। ਤੇ ਉਸ ਰੂਟ ਨੂੰ ਜਿਹੜੇ ਬਹੁਤ ਸਾਰੇ ਰੂਟ ਆ ਉਹਨਾਂ ਨੂੰ ਨਵੇਂ ਰੂਲਸ ਨੇ ਰੋਕ ਦਿੱਤਾ ਤੇ ਬਹੁਤ ਸਾਰੇ ਕੈਨੇਡੀਅਨ ਜਿਹੜੇ ਆ ਉੱਥੇ ਫਸ ਗਏ ਆ। ਪਰ ਹੁਣ ਲੱਗਦਾ ਹੈ ਕਿ ਸਾਰੇ ਕੁਝ ਤੋਂ ਬਾਅਦ ਇਹ ਜਲਦੀ ਵਾਪਸ ਆਪਣੇ ਘਰ ਆ ਸਕਣਗੇ ਤੇ ਨਿਯਮਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਢਿੱਲ ਮਿਲ ਸਕੇਗੀ। ਕਈ ਵਾਰੀ ਕਿਸੇ ਵਿਅਕਤੀ ਨੂੰ ਕੀਤੀ ਗਈ ਇੱਕ ਗਲਤੀ ਬਹੁਤ ਮਹਿੰਗੀ ਪੈ ਜਾਂਦੀ ਹੈ। ਇਹਦੇ ਵਿੱਚ ਉਸ ਵਿਅਕਤੀ ਦਾ ਕਸੂਰ ਤਾਂ ਹੁੰਦਾ ਹੀ ਹੈ, ਪਰ ਕਿਤੇ ਨਾ ਕਿਤੇ ਪ੍ਰਬੰਧ ਦਾ ਕਸੂਰ ਵੀ ਹੁੰਦਾ ਜਿਹੜਾ ਉਸ ਵਿਅਕਤੀ ਨੂੰ ਉਹ ਗਲਤੀ ਸੁਧਾਰਨ ਦਾ ਮੌਕਾ ਨਹੀਂ ਦਿੰਦਾ। ਓਨਟਾਰੀਓ ਦੀ ਘਟਨਾ ਆ, ਘਟਨਾ ਦੇ ਵਿੱਚ ਉਸ ਵਿਅਕਤੀ ਨੇ $19,000 ਦਾ ਆਪਣਾ ਨੁਕਸਾਨ ਕਰਾ ਲਿਆ। ਨੁਕਸਾਨ ਉਹਦਾ ਪੂਰਾ ਹੋ ਗਿਆ, ਪਰ ਕਾਫੀ ਚਿਰ ਭਟਕਣ ਤੋਂ ਬਾਅਦ ਉਹਨੇ ਇੱਕ ਸਿੰਪਲ ਮਿਸਟੇਕ ਕਰ ਲਈ। ਜਦੋਂ ਟ੍ਰਾਂਸਫਰ ਕਰ ਰਿਹਾ ਸੀ ਪੈਸਾ ਆਪਣੇ ਇੱਕ ਅਕਾਊਂਟ ਤੋਂ ਦੂਜੇ ਅਕਾਊਂਟ ਦੇ ਵਿੱਚ, ਇੱਕ ਬੈਂਕ ਤੋਂ ਦੂਜੇ ਬੈਂਕ ਦੇ ਵਿੱਚ, ਤਾਂ ਉਸ ਵੇਲੇ ਉਹਨੂੰ ਥੋੜ੍ਹਾ ਜਿਹਾ ਟਪਲਾ ਲੱਗ ਗਿਆ ਜਿਹੜਾ ਕਿ ਉਹਨੂੰ ਕਾਫੀ ਮਹਿੰਗਾ ਪਿਆ। ਮਿਲਟਨ ਦਾ ਇਹ ਵਿਅਕਤੀ ਆ, ਰੋਬਰਟ ਗ੍ਰੈਡੇਡੋ ਇਹਦਾ ਨਾਂ ਦੱਸਦੇ ਆ। ਉਹਨੇ ਕਹਿੰਦੇ ਨਵਾਂ ਘਰ ਲਿਆ ਸੀ, ਸਤੰਬਰ ਦੇ ਵਿੱਚ ਉਹ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਆਪਣੇ ਪੈਸੇ ਬੈਂਕ ਆਫ ਮੌਂਟਰੀਅਲ ਦੇ ਅਕਾਊਂਟ ਤੋਂ CIBC ਦੇ ਅਕਾਊਂਟ ਦੇ ਵਿੱਚ, ਜਿੱਥੋਂ ਕਿ ਉਹਨੇ ਡਾਊਨ ਪੇਮੈਂਟ ਦੇਣੀ ਸੀ। ਉਹ ਡਾਊਨ ਪੇਮੈਂਟ ਉਹਨੇ ਅੱਗੇ ਲੈ ਕੇ ਜਾਣੀ ਸੀ। ਉਹ ਕਹਿੰਦਾ ਉਹਨੇ BMO ਨੂੰ ਜਿਹੜਾ BMO ਨੂੰ ਦੱਸਿਆ ਕਿ ਮੈਂ ਇਸ ਤਰ੍ਹਾਂ ਕਰਕੇ ਪੈਸੇ ਟ੍ਰਾਂਸਫਰ ਕਰਨੇ ਆ, ਤਾਂ BMO ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਵਾਇਰ ਟ੍ਰਾਂਸਫਰ ਕਰ ਲਓ। ਵਾਇਰ ਟ੍ਰਾਂਸਫਰ ਬਹੁਤ ਸੌਖਾ ਤਰੀਕਾ ਆ ਇੱਕ ਥਾਂ ਤੋਂ ਦੂਜੀ ਥਾਂ ਨੂੰ ਪੈਸੇ ਲਿਜਾਣ ਦੇ ਲਈ, ਤਾਂ ਕਿ ਤੁਸੀਂ BMO ਤੋਂ CIBC ਬੈਂਕ ਦੇ ਵਿੱਚ ਆਪਣੇ ਪੈਸੇ ਟ੍ਰਾਂਸਫਰ ਕਰ ਸਕਦੇ ਹੋ। ਉਹ ਕਹਿੰਦੇ ਉਹਨੇ ਦੋਵੇਂ ਬੈਂਕ ਅਕਾਊਂਟ ਸੀਗੇ ਉਹਦੇ ਕੋਲ, CIBC ਦੇ ਵਿੱਚ ਵੀ 2 ਬੈਂਕ ਅਕਾਊਂਟ ਸੀਗੇ, ਇੱਕ ਉਹਦਾ ਸੇਵਿੰਗ ਅਕਾਊਂਟ ਸੀਗਾ ਅਤੇ ਦੂਜਾ ਬਿਜ਼ਨਸ ਅਕਾਊਂਟ ਸੀਗਾ। ਉਹ ਪੈਸੇ ਆਪਣੇ ਸੇਵਿੰਗ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਨਾ ਚਾਹੁੰਦਾ ਸੀ। ਜਦੋਂ ਉਹਨੇ ਅਸਲ ਦੇ ਵਿੱਚ ਆਪਣੇ ਪੈਸੇ ਟ੍ਰਾਂਸਫਰ ਕਰਨੇ ਸੀ, ਉਹਨੇ ਚੰਗੀ ਤਰ੍ਹਾਂ CIBC ਦਾ ਸੇਵਿੰਗ ਅਕਾਊਂਟ ਨੰਬਰ ਪੜ੍ਹਿਆ,
ਪਰ ਗਲਤੀ ਨਾਲ ਜਿਹੜਾ ਟ੍ਰਾਂਜ਼ਿਟ ਨੰਬਰ ਸੀ ਉਹ CIBC ਬਿਜ਼ਨਸ ਅਕਾਊਂਟ ਦਾ ਪਾ ਦਿੱਤਾ। 5 ਡਿਜਿਟ ਦਾ ਇੱਕ ਟ੍ਰਾਂਜ਼ਿਟ ਨੰਬਰ ਹੁੰਦਾ ਜਿਹੜਾ ਇਹ ਆਇਡੈਂਟੀਫਾਈ ਕਰਦਾ ਕਿ ਬੈਂਕ ਦੀ ਕਿਹੜੀ ਬ੍ਰਾਂਚ ਦੇ ਵਿੱਚ ਪੈਸੇ ਜਾਣੇ ਆ। ਗਲਤੀ ਉਹਦੇ ਕੋਲੋਂ ਇਹ ਹੋ ਗਈ ਤੇ ਪੈਸਾ ਉਹਦਾ ਕਿਸੇ ਹੋਰ ਨੂੰ, ਕਿਸੇ ਅਣਜਾਣ ਵਿਅਕਤੀ ਨੂੰ CIBC ਦੇ ਅਕਾਊਂਟ ਦੇ ਵਿੱਚ ਚਲੇ ਗਿਆ। ਉਹ ਕਹਿੰਦਾ ਮੈਨੂੰ ਇੰਨਾ ਪਤਾ ਲੱਗ ਗਿਆ ਕਿ ਪੈਸੇ ਮੇਰੇ ਅਕਾਊਂਟ ਦੇ ਵਿੱਚੋਂ ਚਲੇ ਗਏ ਆ, ਪਰ ਦੂਜੇ ਪਾਸੇ BMO ਦੇ ਅਕਾਊਂਟ ਦੇ ਵਿੱਚੋਂ ਪੈਸੇ ਚਲੇ ਗਏ ਪਰ CIBC ਦੇ ਅਕਾਊਂਟ ਦੇ ਵਿੱਚੋਂ ਪੈਸੇ ਨਹੀਂ ਆਏ। ਉਹ ਕਹਿੰਦਾ ਮੈਂ ਜਦੋਂ ਘਰ ਗਿਆ ਆਪਣੇ ਕੰਪਿਊਟਰ ਦੇ ਉੱਤੇ ਦੁਬਾਰਾ ਜਾ ਕੇ ਦੇਖਿਆ ਤਾਂ ਫਿਰ ਉਹਨੂੰ ਅਸਲ ਦੇ ਵਿੱਚ ਅਹਿਸਾਸ ਹੋਇਆ ਕਿ ਮੈਂ ਪੈਸੇ ਗਲਤ ਟ੍ਰਾਂਜ਼ਿਟ ਨੰਬਰ ਦੇਣ ਕਾਰਨ ਕਿਸੇ ਹੋਰ ਦੇ ਅਕਾਊਂਟ ਵਿੱਚ ਚਲੇ ਗਏ, ਜਿਹੜਾ ਕਿ ਕਿਸੇ ਹੋਰ ਬ੍ਰਾਂਚ ਦੇ ਵਿੱਚ ਸੀਗਾ। ਉਹ ਕਹਿੰਦਾ ਮੈਂ ਉਸੇ ਵੇਲੇ BMO ਨੂੰ ਕਾਲ ਕੀਤਾ, ਉਹਨਾਂ ਨੂੰ ਕਿਹਾ ਕਿ ਇਹਦੀ ਇਨਵੈਸਟੀਗੇਸ਼ਨ ਕਰੋ, ਪਰ ਉਹ ਕਹਿੰਦੇ ਵੀ ਸਾਨੂੰ ਕੁਛ ਦਿਨ ਤੱਕ ਕੋਈ ਅਪਡੇਟ ਨਹੀਂ ਆਈ। ਉਹ ਕਹਿੰਦਾ ਮੈਂ ਉਡੀਕਦਾ ਰਿਹਾ ਕਿ ਕਦੋਂ ਮੇਰੀ ਗੱਲਬਾਤ ਦਾ ਫੈਸਲਾ ਹੁੰਦਾ, ਤੇ ਕਰਦੇ ਨੂੰ 5 ਹਫ਼ਤੇ ਲੱਗ ਗਏ ਆਪਣਾ ਜਵਾਬ ਮਿਲਣ ਦੇ ਲਈ। $19,000 ਡਿਪੋਜ਼ਿਟ ਕਿਸੇ ਹੋਰ ਦੇ ਅਕਾਊਂਟ ਵਿੱਚ ਕਰ ਦਿੱਤਾ ਤੇ ਉਹ ਵਾਪਸ ਨਹੀਂ ਕਰਦੇ ਸੀ। ਉਹ ਕਹਿੰਦਾ BMO ਤੇ CIBC ਦੋਵੇਂ ਕਹਿੰਦੇ ਵੀ ਅਸੀਂ ਇਹਦੇ 'ਚ ਕੁਛ ਨਹੀਂ ਕਰ ਸਕਦੇ ਪੈਸਾ ਤੇਰਾ ਵਾਪਸ ਦੇਣ ਦੇ ਲਈ। ਉਹ ਕਹਿੰਦੇ ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ ਇਹ ਕਹਿੰਦੀ ਕਿ ਇਹ ਕਿਉਂਕਿ ਟ੍ਰਾਂਸਫਰ ਤੂੰ ਆਪ ਕੀਤਾ ਆ, ਇਸ ਕਰਕੇ ਇਹਦੇ ਵਿੱਚ ਇਨਵੈਸਟੀਗੇਸ਼ਨ ਵਾਲਾ ਕੁਝ ਵੀ ਨਹੀਂ ਆ, ਅਸੀਂ ਕੁਝ ਵੀ ਇਹਦੇ ਮਾਮਲੇ ਦੇ ਵਿੱਚ ਕਰ ਨਹੀਂ ਸਕਦੇ ਤੇ ਨਾ ਹੀ ਅਸੀਂ ਇਹਨੂੰ ਫਰਾਡ ਕਹਿ ਸਕਦੇ ਹਾਂ ਕਿ ਇਹ ਫਰਾਡ ਆ। ਸੋ ਸਿਰਫ ਇੱਕ ਸਧਾਰਨ ਗਲਤੀ, ਤੇ ਫਿਰ ਉਹ ਕਹਿੰਦਾ ਮੈਂ ਇਹ ਗੱਲ ਮੰਨਦਾ ਕਿ ਮੇਰੇ ਕੋਲੋਂ ਗਲਤੀ ਹੋਈ ਆ, ਮੇਰਾ ਫਾਲਟ ਆ, ਪਰ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਟ੍ਰਾਂਸਫਰ ਇਹ ਜਿਹੜੀ ਕੀਤੀ ਹੈ ਇਹਨੂੰ ਵਾਪਸ ਲਿਆਂਦਾ ਜਾਵੇ। ਪਰ ਉਹ ਕਹਿੰਦੇ ਇਹ ਕਿਸੇ ਹੋਰ ਦੇ ਅਕਾਊਂਟ ਵਿੱਚ ਚਲੇ ਗਏ ਤੇ ਉਹ ਜਿਹਦੇ ਅਕਾਊਂਟ ਵਿੱਚ ਚਲੇ ਗਏ ਉਹਨੇ ਉਹ ਪੈਸੇ ਕਢਾ ਲਏ। ਫਿਰ ਵਿਅਕਤੀ ਮੀਡੀਆ ਦੇ ਕੋਲ ਗਿਆ ਤੇ ਮੀਡੀਆ ਨੇ ਜਦੋਂ ਇਹਦੀ ਗੱਲਬਾਤ ਕੀਤੀ ਤੇ ਫਿਰ ਦੋਵਾਂ ਬੈਂਕਾਂ ਨੇ ਇਹਨੂੰ ਕੰਟੈਕਟ ਕੀਤਾ ਤੇ ਉਹ ਕਹਿੰਦੇ ਵੀ ਤੇਰਾ $19,000 ਸੀ ਤੈਨੂੰ ਵਾਪਸ ਦੇ ਦੇਵਾਂਗੇ। ਫਿਰ ਉਹਦਾ ਇਸ਼ੂ ਇਹ ਰਿਜ਼ੋਲਵ ਹੋਇਆ। ਜਦੋਂ ਵੀ ਕਦੇ ਇਸ ਤਰ੍ਹਾਂ ਦੀ ਗੱਲਬਾਤ ਕਰਦੇ ਆ ਤਾਂ ਛੋਟੀ ਜਿਹੀ ਗਲਤੀ ਕਈ ਵਾਰੀ ਵੱਡੀ ਪੈ ਜਾਂਦੀ ਆ ਤੇ ਬੈਂਕ ਇਹ ਕਹਿੰਦੀ ਆ ਕਿ ਕਿਉਂਕਿ ਯੂਨੀਕ ਸਿਚੁਏਸ਼ਨ ਸੀ ਵੀ ਇਦਾਂ ਦੀ ਗੱਲਬਾਤ ਕਦੇ ਵਾਪਰੀ ਨਹੀਂ, ਇਸ ਕਰਕੇ ਇਸ ਨੂੰ ਵਨ ਟਾਈਮ ਬੇਸਿਸ ਦੇ ਉੱਤੇ ਭਾਵ ਇੱਕ ਵਾਰੀ ਇਹਨੂੰ ਅਸੀਂ ਠੀਕ ਕਰ ਦਿੰਦੇ ਹਾਂ। ਨਿਯਮ ਸਾਡੇ ਕੋਲੇ ਕੋਈ ਨਹੀਂ ਇਦਾਂ ਦਾ ਕਿ ਬੰਦਾ ਇੱਕ ਵਾਰੀ ਚੈੱਕ ਕਰਨ ਤੋਂ ਬਾਅਦ, ਕਨਫਰਮ ਕਰਨ ਤੋਂ ਬਾਅਦ ਜਦੋਂ ਪੈਸੇ ਟ੍ਰਾਂਸਫਰ ਕਰ ਦੇਵੇ ਤਾਂ ਉਹਦੇ ਪੈਸੇ ਕਿਸੇ ਤਰੀਕੇ ਨਾਲ ਉਹਨੂੰ ਵਾਪਸ ਕਢਾਏ ਜਾ ਸਕਣ। ਇਹ ਗਲਤੀ ਸਾਨੂੰ ਦੱਸਦੀ ਹੈ ਕਿ ਜਦੋਂ ਕਦੇ ਵੀ ਟ੍ਰਾਂਸਫਰ ਕਰਦੇ ਆ ਉਹਨੂੰ ਦੋਹਰੇ ਧਿਆਨ ਨਾਲ ਕੀਤਾ ਜਾਵੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।